ਸਤਿ ਸ਼੍ਰੀ ਅਕਾਲ ਜੀ, ਮੈਂ ਮਨਦੀਪ ਤੇ ਤੁਸੀਂ ਦੇਖ ਰਹੇ ਹੋ ਸਾਡਾ ਬੇहद ਖਾਸ ਪ੍ਰੋਗਰਾਮ। ਸੋ ਅੱਜ ਫਿਰ ਤੋਂ ਗੱਲਬਾਤ ਕਰਾਂਗੇ ਸਟੱਡੀ ਵੀਜ਼ਾ ਨਾਲ ਜੁੜੀਆਂ ਗੱਲਾਂ ਦੇ ਉੱਪਰ। ਇੱਕ ਵਾਰੀ ਫਿਰ ਤੋਂ ਮੇਰੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ, ਨਾਲ ਨੇ ਜੀ ਸਾਈ ਓਵਰਸੀਜ਼ ਤੋਂ ਮਿਸਟਰ ਬਲਜਿੰਦਰ ਸਹਿਗਲ ਜੀ। ਸਰ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਮੈਮ। ਪ੍ਰੋਗਰਾਮ ਦੇਖ ਰਹੇ ਸਾਰੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਈ ਹੋਪ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਜੀ। ਸੋ ਸਾਡੇ ਨਾਲ ਸ਼ੋਅ ਦੀ ਸ਼ੁਰੂਆਤ 'ਚ ਹੀ ਦਰਸ਼ਕ ਜੁੜਨਾ ਸ਼ੁਰੂ ਹੋ ਗਏ ਨੇ। ਮੇਰੀ ਕਾਲਰਸ ਨੂੰ ਬੇਨਤੀ ਹੈ ਵੀ ਜਿਨ੍ਹਾਂ ਦੀ ਅਸੀਂ ਕਾਲ ਸ਼ੋਅ ਦੇ ਦੌਰਾਨ ਨਹੀਂ ਚੁੱਕਾਂਗੇ, ਤੁਸੀਂ ਇਹ ਨੰਬਰਸ ਨੂੰ ਨੋਟ ਕਰ ਲਿਓ। ਤੁਹਾਨੂੰ ਬੈਕ ਕਾਲ ਆ ਜਾਏਗੀ ਜਾਂ ਤੁਸੀਂ ਇਹਨਾਂ ਨੰਬਰਸ ਨੂੰ ਨੋਟ ਕਰਕੇ ਸਾਡੇ ਸ਼ੋਅ ਤੋਂ ਬਾਅਦ ਵੀ ਕਾਲ ਕਰ ਸਕਦੇ ਹੈਗੇ ਹੋ। ਸੋ ਅੱਜ ਦੀ ਚਰਚਾ ਸਾਡੀ ਰਹਿਣ ਵਾਲੀ ਹੈ ਉਹਨਾਂ ਵਿਦਿਆਰਥੀਆਂ ਨੂੰ ਲੈ ਕੇ ਜਿਨ੍ਹਾਂ ਨੇ ਯੂਕੇ ਜਾਣ ਦਾ ਸੁਪਨਾ ਸੰਜੋਇਆ, ਲੇਕਿਨ ਸਹੀ ਰਸਤਾ ਨਹੀਂ ਲੱਭ ਪਾ ਰਹੇ ਹੈਗੇ, ਆਪਣੀ ਪ੍ਰੋਫਾਈਲ ਦੀ ਅਸੈਸਮੈਂਟ ਨਹੀਂ ਕਰਵਾ ਪਾ ਰਹੇ ਹੈਗੇ, ਜਾਂ ਫਿਰ ਇੱਧਰ ਉੱਧਰ ਘੁੰਮ ਰਹੇ ਨੇ, ਲੇਕਿਨ ਪ੍ਰੋਪਰ ਲੋਕੇਸ਼ਨ ਨੂੰ ਲੈ ਕੇ, ਕਾਲਜ ਨੂੰ ਲੈ ਕੇ ਬਹੁਤ ਵਰਿਡ ਨੇ। ਸੋ ਪਹਿਲਾਂ ਦਰਸ਼ਕ ਦੀ ਕਾਲ ਹੀ ਲੈ ਲਈਏ, ਫਿਰ ਅਸੀਂ ਗੱਲਬਾਤ ਕਰ ਲੈਂਦੇ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। हाँ जी, सत श्री अकाल। आवाज़ आ रही है तुहाडे तक? सत श्री अकाल जी। आई थिंक डिस्कनेक्ट हो गई जी। सो मेरी बेनती रहेगी प्लीज जी। सत श्री अकाल, की सवाल है जी? मैम 2019 में 12th पास आउट कितने थे मैम? 55% ਦੇ ਨਾਲ। ओके जी, 55 ठीक है। मैम 62% ਸੀਗੀ। ठीक है। मैम 2019 to 22 ਦੇ ਵਿੱਚ ਮੈਮ ਡੀਸੀਏ ਦਾ ਮੈਂ ਡਿਪਲੋਮਾ ਕੀਤਾ ਹੋਇਆ। ओके। 20 to 21 ਦੇ ਵਿੱਚ ਮੈਮ ਆਈਟੀਆਈ ਦਾ ਡਿਪਲੋਮਾ ਕੀਤਾ ਹੋਇਆ। ठीक है जी। आइल्स या पीटी कुछ कीता है तुसी? ਹਾਂਜੀ ਮੈਮ ਡੀਸੀਏ ਦਾ ਡਿਪਲੋਮਾ ਕੀਤਾ ਹੋਇਆ ਤੇ ਆਈਟੀਆਈ ਦਾ ਡਿਪਲੋਮਾ ਕੀਤਾ ਹੋਇਆ ਮੈਮ। नहीं नहीं, आइलेट्स या पीटी वगैरह कुछ करे है तुसी? ਨਹੀਂ ਨਹੀਂ ਮੈਮ ਵਿਦਆਊਟ ਆਇਲਸ। विदाउट आइल्स। ओके। यूके वास्ते पूछना चाहते हो? ਹਾਂਜੀ ਹਾਂਜੀ ਮੈਮ ਯੂਕੇ ਵਾਸਤੇ। ओके ठीक है जी। परसेंटेज की मैम ਦੱਸੋ? परसेंटेज 55 ਦਸਿਆ ਸਰ ਇਹਨਾਂ 55 ਦੇਖੋ ਸਰ, ਤੁਹਾਡੇ ਲਈ ਬੈਸਟ ਇਨਫੋਰਮੇਸ਼ਨ ਇਹ ਹੈ ਕਿਉਂਕਿ ਤੁਹਾਡੇ ਪਰਸੈਂਟੇਜ ਜਿਹੜੀ ਹੈ 55% ਮਾਰਕਸ ਹੈ ਤੁਹਾਡੇ ਇੰਗਲਿਸ਼ ਵਿੱਚ। ਸੋ ਬੈਟਰ ਹੈ ਤੁਸੀਂ ਆਇਲਸ ਕਰਕੇ ਜਾਂ ਪੀਟੀ ਕਰਕੇ ਫਿਰ ਤੁਸੀਂ ਅਪਲਾਈ ਕਰੋਗੇ ਤਾਂ ਵੀਜ਼ਾ ਸਕਸੈਸ ਰੇਟ ਬਹੁਤ ਅੱਛਾ ਰਹੇਗਾ। ਬਹੁਤ ਸਾਰੇ ਮੈਡਮ ਕਾਲਸ, ਬਹੁਤ ਸਾਰੇ ਕਲਾਇੰਟਸ ਮੇਰੇ ਕੋਲ ਵਿਜ਼ਿਟ ਕਰਦੇ ਆ। ਉਹਨਾਂ ਦਾ ਮੇਨ ਇਹ ਹੁੰਦਾ ਸਰ ਕਿ ਅਸੀਂ ਫਲਾਣੇ ਕੰਸਲਟੈਂਟ ਤੋਂ ਫਾਈਲ ਪਿਕ ਕਰਕੇ ਲੈ ਕੇ ਆਏ ਹਾਂ। ਤੁਹਾਡੇ ਇੰਸਟਾਗ੍ਰਾਮ ਤੇ, ਫੇਸਬੁੱਕ ਤੇ, YouTube ਤੇ ਬਹੁਤ ਸਾਰੇ ਵੀਜ਼ਾ ਦੇਖ ਰਹੇ ਹਾਂ ਕਿ ਹਜ਼ਾਰਾਂ ਵੀਜ਼ਾ ਤੁਸੀਂ ਯੂਕੇ ਦੇ ਅਪਰੂਵ ਕਰਵਾਏ ਹੈ। ਸੋ ਪਹਿਲੇ ਅਸੀਂ ਨਹੀਂ ਅਪਲਾਈ ਕੀਤਾ, ਆਪਣੇ ਨੇੜੇ ਤੇੜੇ ਜਿਹੜਾ ਕੰਸਲਟੈਂਟ ਸੀ ਉਹ ਤੋਂ ਅਪਲਾਈ ਕੀਤਾ, ਲੇਕਿਨ 2 ਮਹੀਨੇ ਹੋ ਗਏ, 3 ਮਹੀਨੇ ਹੋ ਗਏ, ਸਾਡੀ ਆਫਰ ਨਹੀਂ ਆਈ। ਸੋ ਰੀਜ਼ਨ ਇਹੀ ਹੈ ਕਿਉਂਕਿ ਉਹ ਮਾਰਕੀਟ ਵਿੱਚ ਕੀ ਕਰਦੇ ਨੇ ਕਿ ਉਹਨਾਂ ਨੂੰ ਪਤਾ ਕਿ ਬਸ ਬੱਚਾ ਆਫਿਸ ਆਇਆ, ਕਿ ਉਹਨਾਂ ਨੂੰ ਪਤਾ ਕਿ ਮਹੀਨੇ 'ਚ 1-2 ਕਲਾਇੰਟ ਐਨਰੋਲ ਕਰਨੇ ਆ, ਤੇ ਚਾਹੇ ਉਹ ਐਲੀਜੀਬਲ ਹੈ ਨਹੀਂ ਐਲੀਜੀਬਲ, ਬਸ ਬੱਚੇ ਦਾ ਇੰਟਰਸਟ ਦੇਖੋ, ਉਹਦੀ ਫਾਈਲ ਪਕੜਨ ਦੀ ਔਰ ਆਪਣੀ ਪ੍ਰੋਸੈਸਿੰਗ ਫੀਸ ਚਾਰਜ ਕਰਨ ਦੀ ਉਹਨਾਂ ਦੇ ਤੱਕ, ਇੱਥੇ ਤੱਕ ਉਹਨਾਂ ਦੀ ਟੈਨਸ਼ਨ ਹੁੰਦੀ ਹੈ। ਲੇਕਿਨ ਸਾਈ ਓਵਰਸੀਜ਼ ਕੰਪਨੀ ਹਮੇਸ਼ਾ ਤੁਹਾਨੂੰ ਇਹ ਚੀਜ਼ ਦੀ ਅਵੇਅਰਨੈਸ ਦਿੰਦੀ ਹੈ ਕਿ ਅਗਰ ਤੁਸੀਂ ਸਾਈ ਓਵਰਸੀਜ਼ ਤੋਂ ਅਪਲਾਈ ਕਰੋਗੇ, ਮੈਂ 2 ਤਰ੍ਹਾਂ ਦਾ ਤੁਹਾਨੂੰ ਆਪਸ਼ਨ ਦਿੰਦਾ ਯੂਕੇ ਦੀ, ਖਾਸ ਕਰਕੇ ਇੱਕ ਪੈਕੇਜ, ਇੱਕ ਨੌਨ ਪੈਕੇਜ। ਦੇਖੋ, ਅਗਰ ਤੁਸੀਂ ਚਾਹ ਰਹੇ ਹੋ ਕਿ ਤੁਹਾਡਾ ਬਹੁਤ ਕੰਟਰੀਜ਼ ਤੋਂ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ ਜਾਂ ਹੋਰ ਕਿਸੇ ਕੰਟਰੀ ਤੋਂ ਆਲਰੇਡੀ ਤੁਹਾਡਾ ਕੇਸ ਰਿਫਿਊਜ਼ ਹੈ, ਤੁਸੀਂ ਪੈਸਾ ਖਰਾਬ ਕਰ ਚੁੱਕੇ ਹੋ, ਤੁਸੀਂ ਚਾਹ ਰਹੇ ਹੋ ਕਿ ਪਹਿਲੇ ਕੋਈ ਇਨੀਸ਼ੀਅਲੀ ਕੋਈ ਪੇਮੈਂਟ ਨਹੀਂ ਕਰਨੀ, ਤਾਂ ਤੁਸੀਂ ਸਾਰੀ ਪੇਮੈਂਟ ਸਾਨੂੰ ਆਫਟਰ ਗੈਟਿੰਗ ਵੀਜ਼ਾ ਪੇ ਕਰ ਸਕਦੇ ਹੋ। ਸੋ ਉਹਦੇ ਵਾਸਤੇ ਰਿਕੁਆਇਰਮੈਂਟ ਦੇਖੋ, ਜਦੋਂ ਕੋਈ ਕੰਪਨੀ ਮਨਦੀਪ ਮੈਮ, ਜਦੋਂ ਕੋਈ ਕੰਪਨੀ ਆਪਣੇ ਕੋਲੋਂ ਪੈਸਾ ਇਨਵੈਸਟ ਕਰਦੀ ਨਾ, ਹਮੇਸ਼ਾ ਉਹ ਤੁਹਾਨੂੰ ਰਾਈਟ ਮਤਲਬ ਇਨਫੋਰਮੇਸ਼ਨ ਦੇਗਾ ਔਰ ਉਹੀ ਫਾਈਲ ਕਲੈਕਟ ਕਰੇਗਾ ਜਿਹਦੇ 'ਚ ਉਹਨੂੰ ਤੁਹਾਡਾ 100% ਵੀਜ਼ਾ ਨਜ਼ਰ ਆਏਗਾ। ਡੈਫੀਨਿਟਲੀ। ਸੋ ਉਹਦੇ ਵਿੱਚ ਕੀ ਹੈ ਕਿ ਮੈਂ ਤੁਹਾਨੂੰ ਪਹਿਲੇ ਦੱਸਦਾ ਕਿ ਅਗਰ ਬੱਚੇ ਦੀ 10+2 ਕੁਆਲੀਫਿਕੇਸ਼ਨ ਹੈ, ਅਕੈਡਮਿਕ ਕੁਆਲੀਫਿਕੇਸ਼ਨ ਦੇ ਵਿੱਚ ਬੱਚੇ ਦਾ +2 ਤੋਂ ਬਾਅਦ ਅਗਰ 3 to 4 ਇਅਰਸ ਦਾ ਵੀ ਗੈਪ ਹੈ, ਪੰਜਾਬ ਵਿੱਚ ਕੋਈ ਕੰਸਲਟੈਂਟ ਤੁਹਾਡੀ ਫਾਈਲ ਨੂੰ ਪਿਕ ਨਹੀਂ ਕਰੇਗਾ। ਲੇਕਿਨ ਅਗਰ ਤੁਹਾਡੇ 6 ਬੈਂਡ ਨੋ ਲੈਸ ਦੈਨ 5.5 ਬੈਂਡ ਹੈ, ਤੁਸੀਂ ਸਾਈ ਓਵਰਸੀਜ਼ ਕੋਲ ਆਓ। ਅਗਰ ਤੁਹਾਨੂੰ ਕੋਈ ਡਾਊਟ ਹੈ ਕਿਸੇ ਵੀ ਤਰ੍ਹਾਂ ਦਾ ਕਿ ਤੁਹਾਨੂੰ 10 ਕੰਸਲਟੈਂਟ ਨੇ ਮਨਾ ਕੀਤਾ ਲੇਕਿਨ ਸਾਈ ਓਵਰਸੀਜ਼ ਤੁਹਾਨੂੰ ਯੈਸ ਕਰ ਰਿਹਾ, ਤਾਂ ਉਹਦੇ ਵਿੱਚ ਮੈਂ ਤੁਹਾਨੂੰ ਇਹ ਫੈਸਿਲਿਟੀ ਦੇ ਰਿਹਾ ਕਿ ਤੁਹਾਡੇ ਕੋਲ ਸਾਰੀ ਪੇਮੈਂਟ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਲਵਾਂਗਾ। ਸੋ ਤੁਹਾਨੂੰ ਉਸ ਚੀਜ਼ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮਤਲਬ ਬਹੁਤ ਸਾਰੇ ਪੇਰੈਂਟਸ ਨਾਲ ਆਉਂਦੇ ਬੱਚਿਆਂ ਦੇ, ਕਹਿੰਦੇ ਸਰ ਅਸੀਂ 2-3 ਚੰਡੀਗੜ੍ਹ ਤੇ ਜਾਂ ਹੋਰ ਕੰਸਲਟੈਂਟਸ ਕੋਲ ਗਏ, ਉਹਨਾਂ ਨੇ ਕਿਹਾ ਕਿ ਤੁਹਾਡਾ 3 ਸਾਲ ਦਾ ਗੈਪ ਹੈ +2 ਤੋਂ ਬਾਅਦ, ਚਾਹੇ ਆਇਲਸ ਹੈ, ਤੁਸੀਂ ਯੂਕੇ ਨਹੀਂ ਅਪਲਾਈ ਕਰ ਸਕਦੇ, ਤੁਸੀਂ ਕੈਨੇਡਾ ਕਰ ਲਓ, ਆਸਟ੍ਰੇਲੀਆ ਕਰ ਲਓ ਜਾਂ ਹੋਰ ਕੰਟਰੀ 'ਚ ਅਪਲਾਈ ਕਰੋ, ਤੁਹਾਡੀ ਯੂਕੇ ਦੀ ਐਲੀਜੀਬਿਲਟੀ ਨਹੀਂ ਬਣ ਰਹੀ। ਸੋ ਉਹਦੇ 'ਚ ਮੈਂ ਤੁਹਾਨੂੰ ਗਾਈਡ ਕਰਨਾ ਚਾਹਾਂਗਾ, ਉਸ ਕੰਸਲਟੈਂਟਸ ਦੇ ਟਾਈ ਅਪ ਨਹੀਂ ਹੈ ਉਸ ਯੂਨੀਵਰਸਿਟੀ ਦੇ ਨਾਲ ਜਿਹੜੀ ਯੂਨੀਵਰਸਿਟੀ ਤੁਹਾਨੂੰ ਇਹ ਫੈਸਿਲਿਟੀ ਦੇ ਰਹੀ ਹੈ ਕਿ ਤੁਸੀਂ ਗੈਪ ਤੋਂ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਸਾਡੇ ਕੋਲ ਆਪਸ਼ਨ ਹੈ, ਅਗਰ ਤੁਹਾਡਾ 10+2 ਤੋਂ ਬਾਅਦ ਗੈਪ ਹੈ, ਤੁਸੀਂ ਸਾਈ ਓਵਰਸੀਜ਼ ਵਿਜ਼ਿਟ ਕਰੋ ਔਰ ਆਪਣਾ ਯੂਕੇ ਜਾਣ ਦਾ ਸੁਪਨਾ ਪੂਰਾ ਕਰੋ। ਬਿਲਕੁਲ। ਸੋ ਡਾਇਰੈਕਟ ਟਾਈ ਅਪ ਹੋਣ ਦਾ ਲਾਹਾ ਕਿਤੇ ਨਾ ਕਿਤੇ ਜ਼ਰੂਰ ਮਿਲਦਾ ਹੈ। ਸੋ 15 ਸਾਲ ਦਾ ਤਜਰਬਾ ਜਿਹੜਾ ਤੁਹਾਡੇ ਕੰਮ ਆ ਸਕਦਾ। ਸਾਡੇ ਨੈਕਸਟ ਕਾਲਰ ਨਾਲ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਕੀ ਸਵਾਲ ਹੈ, ਕੀ ਨਾਮ ਹੈ ਤੁਹਾਡਾ? ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ ਸਰ ਜੀ, ਮੈਂ ਇਹ ਪੁੱਛਣਾ ਚਾਹਨੀ ਸੀ ਕਿ ਜਿੱਦਾਂ ਮੇਰੀ ਪ੍ਰੋਫਾਈਲ ਹੈਗੀ ਆ। ਜੀ, ਕੀ ਪ੍ਰੋਫਾਈਲ ਹੈ? ਸਰ ਮੈਂ ਬੀਐਸਸੀ ਫੈਸ਼ਨ ਡਿਜ਼ਾਈਨਿੰਗ 2015 ਚ ਕੀਤੀ ਹੈ ਜੀ। ਫਿਰ ਉਸ ਤੋਂ ਬਾਅਦ ਮਾਸਟਰ ਐਮਐਸਸੀ ਫੈਸ਼ਨ ਡਿਜ਼ਾਈਨਿੰਗ 2018 ਚ ਕੀਤੀ ਹੈ। ਓਕੇ ਤੇ ਸਰ ਮੇਰਾ 51 ਨਾਟ ਲੈਸ 47 ਪੀਟੀ ਸਕੋਰ ਹੈਗੇ ਆ ਜੀ। ਤੇ ਕੀ ਸਰ ਮੈਂ ਯੂਕੇ ਆਪਣਾ ਸਪਾਊਸ ਕੇਸ ਕਰ ਸਕਦੀ
ਤੁਸੀਂ ਮੈਮ ਪਹਿਲੇ ਮੈਨੂੰ ਇਹ ਦੱਸੋ ਕਿ 10+2 ਦੇ ਵਿੱਚ ਤੁਹਾਡੇ ਪਰਸੈਂਟੇਜ ਕੀ ਹੈ ਇੰਗਲਿਸ਼ ਦੇ ਵਿੱਚ? ਸਰ +2 ਦੇ ਵਿੱਚ ਮੇਰੇ ਸਰ 70 ਤੋਂ ਉੱਪਰ ਹੀ ਸੀਗੇ ਸਰ। ਚਲੋ ਗੁੱਡ, ਫਿਰ ਤੁਹਾਡੀ ਪਰਸੈਂਟੇਜ ਅੱਛੀ ਹੈ। ਸੋ ਡੈਫੀਨਿਟਲੀ ਤੁਸੀਂ ਅਗਰ ਸਿੰਗਲ ਕੇਸ ਅਪਲਾਈ ਕਰਨਾ ਹੈ ਜਾਂ ਸਪਾਊਸ ਕੇਸ ਅਪਲਾਈ ਕਰਨਾ ਹੈ, ਡੈਫੀਨਿਟਲੀ ਤੁਹਾਨੂੰ ਮੈਂ 100% ਵੀਜ਼ਾ ਦੀ ਗਾਰੰਟੀ ਦਿਆਂਗਾ। ਬਿਕੋਜ਼ ਆਫ ਅੱਜ ਦੀ ਦੇਖੋ ਮੈਂ ਮਨਦੀਪ ਮੈਮ ਕੀ ਹੁੰਦਾ ਕਿ ਬਹੁਤ ਵਾਰੀ ਮੈਂ ਇਸ ਚੀਜ਼ ਦੀ ਇਨਫੋਰਮੇਸ਼ਨ ਦੇ ਚੁੱਕਾ ਆਪਣੇ ਸਾਰੇ ਵਿਊਵਰਸ ਨੂੰ। ਸਮ ਟਾਈਮ ਕੀ ਹੈ ਕਿ ਜਦੋਂ ਯੂਨੀਵਰਸਿਟੀ ਅੰਬੈਸੀ ਲੀਨੀਏਟ ਹੁੰਦੀ ਹੈ ਉਹ ਰਾਈਟ ਟਾਈਮ ਹੁੰਦਾ ਤੁਹਾਡੇ ਕੋਲੋਂ ਅਪਲਾਈ ਕਰਨ ਦਾ। ਸੋ ਹੁਣ ਤੁਹਾਡੇ ਕੋਲ ਅਗਰ ਮੈਂ ਗੱਲ ਕਰਾਂ ਸੈਪਟੈਂਬਰ ਐਂਡ ਦੇ ਰਮਨ ਮੈਮ ਅੱਗੇ ਸ਼ੂਟ ਤੇ ਆ ਰਹੇ ਸੀ, ਸੋ ਉਹਨਾਂ ਦਾ ਮੇਰਾ ਹਮੇਸ਼ਾ ਕੁਐਸਚਨ ਹੁੰਦਾ ਸੀ ਕਿ ਸਰ ਤੁਹਾਡਾ ਸਕਸੈਸ ਰੇਟ ਕੀ ਹੈ। ਸੋ ਮੈਂ ਹਮੇਸ਼ਾ ਉਹਨਾਂ ਨੂੰ ਕਹਿੰਦਾ ਸੀ ਪਿਛਲੇ 3-4-5 ਐਂਡ ਤੋਂ ਯੂਕੇ ਦਾ ਇੱਕ ਸਿੰਗਲ ਵੀਜ਼ਾ ਸਾਈਨ ਓਵਰਸੀਜ਼ ਦਾ ਰਿਫਿਊਜ਼ ਨਹੀਂ ਹੋਇਆ 2 ਇਅਰਸ ਤੋਂ ਕੰਟੀਨਿਊਸਲੀ, ਕਿਉਂਕਿ ਬਹੁਤ ਵੱਡੀ ਗੱਲ ਹੈ। ਇੱਕ ਔਨ 에ਅਰ ਜਿੱਥੇ ਕਿ ਹਰ ਚੈਨਲ ਤੇ ਤੁਸੀਂ ਮੈਨੂੰ ਦੇਖ ਰਹੇ ਹੋ ਤੇ ਉੱਥੇ ਤੁਹਾਨੂੰ ਮੈਂ ਇਨਫੋਰਮੇਸ਼ਨ ਦੇ ਰਿਹਾ, ਆਪਣੇ ਆਫਿਸ ਬਾਰੇ ਦੱਸ ਰਹੇ ਕਿ 100% ਅਸੀਂ ਵੀਜ਼ਾ ਲੈ ਰਹੇ ਹਾਂ 2021 ਤੋਂ ਬਾਅਦ ਇੱਕ ਸਿੰਗਲ ਰਿਫਿਊਜ਼ਲ ਨਹੀਂ ਹੈ। ਸੋ ਹਜ਼ਾਰਾਂ ਵੀਜ਼ੇ ਅਪਰੂਵ ਕਰਵਾਤੇ, ਇਹ ਰਾਈਟ ਟਾਈਮ ਹੈ। ਇਹ ਨਹੀਂ ਹੈ ਕਿ ਸਿਰਫ ਮੇਰੇ ਹੀ ਵੀਜ਼ੇ ਆ ਰਹੇ ਆ, ਬਾਕੀ ਕੰਸਲਟੈਂਟਸ ਦੇ ਵੀ ਆ ਰਹੇ ਆ। ਸੋ ਡਿਪੈਂਡ ਇਹ ਕਰਦਾ ਹੈ ਕਿ ਤੁਹਾਡੇ ਯੂਨੀਵਰਸਿਟੀਜ਼ ਦੇ ਨਾਲ ਟਾਈ ਅਪ ਕਿਸ ਤਰ੍ਹਾਂ ਦੇ ਹੈ। ਬਹੁਤ ਸਾਰੇ ਕੰਸਲਟੈਂਟਸ ਦੇ ਡਾਇਰੈਕਟ ਟਾਈ ਅਪ ਨਹੀਂ ਹੈ। ਸੋ ਬੱਚਿਆਂ ਦੇ 2-2 3-3 ਮਹੀਨੇ 4-4 ਮਹੀਨੇ ਆਫਰ ਨਹੀਂ ਆਉਂਦੀ, ਆਫਰ ਤੋਂ ਬਾਅਦ ਇੰਟਰਵਿਊ ਕਲੀਅਰ ਨਹੀਂ ਹੁੰਦੀ, ਇੰਟਰਵਿਊ ਕਲੀਅਰ ਹੋਏ ਕੇਸ ਨਹੀਂ ਆ ਰਿਹਾ ਜਾਂ ਡੈਫਰ ਹੋ ਰਿਹਾ ਕੇਸ ਤੁਹਾਡਾ। ਸੋ ਤੁਹਾਨੂੰ ਅਗਰ ਚਾਹੀਦਾ ਹੈ ਕਿ ਜਿਸ ਵੀ ਕੰਸਲਟੈਂਟ ਤੋਂ ਅਪਲਾਈ ਕਰਨਾ, ਪਹਿਲੇ ਦੇਖੋ ਉਹਨਾਂ ਦੇ ਪੁਰਾਣੇ ਕਿੰਨੇ ਵੀਜ਼ੇ ਅਪਰੂਵ ਹੋਏ ਆ, ਉਹਨਾਂ ਦੇ ਡਾਇਰੈਕਟ ਟਾਈ ਅਪਸ ਹੈ ਕਿ ਨਹੀਂ ਹੈ। ਉਹਦੇ ਵਾਸਤੇ ਤੁਸੀਂ ਕੀ ਕਰ ਸਕਦੇ ਹੋ, ਕਿਉਂਕਿ ਹਰ ਕੰਸਲਟੈਂਟ ਕਹਿ ਰਿਹਾ ਕਿ ਔਨ 에ਅਰ ਆ ਕੇ ਕਿ ਮੇਰੇ ਡਾਇਰੈਕਟ ਟਾਈ ਅਪ ਹੈ। ਸੋ ਸਿੰਪਲ, ਤੁਸੀਂ ਆਫਰ ਲੈਟਰ ਤੇ ਚੈੱਕ ਕਰਨਾ ਕਿ ਕਿਹੜੀ ਕੰਪਨੀ ਦਾ ਨਾਮ ਮੈਂਸ਼ਨ ਆ, ਉੱਥੋਂ ਪਤਾ ਚੱਲ ਜਾਏਗਾ ਕਿ ਜਿਸ ਕੰਪਨੀ ਤੋਂ ਤੁਸੀਂ ਅਪਲਾਈ ਕੀਤਾ ਉਸ ਕੰਪਨੀ ਦੇ ਡਾਇਰੈਕਟ ਉਸ ਯੂਨੀਵਰਸਿਟੀ ਦੇ ਨਾਲ ਟਾਈ ਅਪ ਹੈ ਕਿ ਨਹੀਂ ਹੈ। ਉਹਦਾ ਬੈਨੀਫਿਟ ਕੀ ਹੋਏਗਾ ਕਿ ਤੁਹਾਨੂੰ ਸਕਾਲਰਸ਼ਿਪ, ਅਗਰ ਤੁਸੀਂ ਸਾਈਨ ਓਵਰਸੀਜ਼ ਤੋਂ ਅਪਲਾਈ ਕਰਦੇ ਹੋ ਟਿਲ ਹਜੇ ਵੀ ਮੇਰੇ ਕੋਲ ਆਪਸ਼ਨ ਹੈ ਕਿ ਅਗਰ ਤੁਸੀਂ ਸੈਪਟੈਂਬਰ ਇਨਟੇਕ ਵਿੱਚ ਅਪਲਾਈ ਕਰਨਾ ਚਾਹ ਰਹੇ ਹੋ, ਕਿਸੇ ਕੰਸਲਟੈਂਟ ਤੋਂ ਤੁਸੀਂ ਫਾਈਲ ਲਗਵਾਈ ਹੈ, ਤੁਹਾਡਾ ਸੈਪਟੈਂਬਰ ਇਨਟੇਕ ਮਿਸ ਹੋ ਰਿਹਾ, ਤੁਸੀਂ ਫਾਈਲ ਸਾਡੇ ਕੋਲ ਲੈ ਕੇ ਆਓ, ਡੈਫੀਨਿਟਲੀ ਤੁਹਾਨੂੰ ਮੈਂ 100% ਤੁਹਾਨੂੰ ਸੈਪਟੈਂਬਰ ਇਨਟੇਕ ਦੇ ਵਿੱਚ ਵੀਜ਼ਾ ਅਪਰੂਵ ਕਰਵਾ ਕੇ ਦਿਆਂਗਾ। ਬਿਲਕੁਲ। ਸੋ ਇਹ ਨੰਬਰ ਜਿਹੜੇ ਤੁਹਾਡੇ ਸਾਹਮਣੇ ਅਸੀਂ ਸਾਂਝੇ ਕਰ ਰਹੇ ਹਾਂ, ਮੈਜੀਕਲ ਨੰਬਰ ਨੇ, ਤੁਹਾਡੀ ਲਾਈਫ ਜਿਹੜੀ ਆ, ਤੁਹਾਡਾ ਸੁਪਨਾ ਜਿਹੜਾ ਉਹਨੂੰ ਉਸ ਨਗਰੀ ਤੱਕ ਤੁਹਾਨੂੰ ਪਹੁੰਚਾਉਣ ਦੇ ਵਿੱਚ ਹੈਲਪ ਕਰ ਸਕਦੇ ਨੇ। ਤਜਰਬਾ ਜਿਹੜਾ ਉਸ ਤੇ ਗੌਰ ਜ਼ਰੂਰ ਫਰਮਾਇਆ ਕਰੋ। ਯੂਕੇ ਨੂੰ ਲੈ ਕੇ ਲੋਕੀ ਬਹੁਤ ਭਰਮ ਦੇ ਵਿੱਚ ਰਹਿੰਦੇ ਨੇ ਕਿ ਸੈਟਲਮੈਂਟ ਆਪਸ਼ਨਸ ਵੀ ਨਹੀਂ ਹੈਗੀਆਂ, ਹਨਾ। ਸੋ ਬਹੁਤ ਸਾਰੀਆਂ। ਅੱਛਾ, ਇੱਕ ਪ੍ਰੋਫਾਈਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨਾ ਚਾਹੂੰਗੀ। 2019 ਜਿਹੜੇ ਸਟੂਡੈਂਟ ਨੇ ਮਾਸਟਰ ਡਿਗਰੀ ਕੀਤੀ ਹੋਵੇ ਐਂਡ ਉਸ ਸਟੂਡੈਂਟ ਦੇ ਜੇ 10th ਜਾਂ +2 ਦੇ ਵਿੱਚ 60% ਦਾ ਸਕੋਰ ਹੋਵੇ, ਤਾਂ ਕੀ ਉਹ ਸਟੂਡੈਂਟ ਬਾਹਰ ਜਾਣ ਦਾ ਹੱਕਦਾਰ ਨਹੀਂ ਹੈ? ਖਾਸ ਤੌਰ ਤੇ ਯੂਕੇ ਨਹੀਂ ਜਾ ਸਕਦਾ ਉਹ ਬੱਚਾ? ਯੂਕੇ ਵਾਸਤੇ ਮੈਡਮ ਕੀ ਹੈ, 2 ਤਰ੍ਹਾਂ ਦੀ ਫਾਈਲਸ ਹੈ। ਇੱਕ ਜਿਹੜੇ ਬੱਚੇ ਦੇ 65 ਜਾਂ 70% ਮਾਰਕਸ 10+2 ਚ ਇੰਗਲਿਸ਼ ਵਿੱਚ ਹੈ, ਉਹ ਬੱਚਾ ਵਿਦਆਊਟ ਆਇਲਸ ਵਿਦਆਊਟ ਪੀਟੀ ਅਪਲਾਈ ਕਰ ਸਕਦਾ। ਸੋ ਵੈਰੀ ਕਲੀਅਰ, ਆਈ ਥਿੰਕ ਤੁਸੀਂ ਸਮਝ ਗਏ ਹੋ। ਸੈਕਿੰਡ ਕਿ ਅਗਰ ਬੱਚੇ ਦੀ ਪਰਸੈਂਟੇਜ ਬਿਲੋ ਹੈ, ਇਹ ਨਹੀਂ ਕਿ ਉਹ ਜਾ ਨਹੀਂ ਸਕਦਾ, ਲੇਕਿਨ ਉਹ ਆਇਲਸ ਯੂਕੇ ਬੀ ਦੀ ਆਇਲਸ ਕਰਕੇ 5 ਬੈਂਡ, ਅਗਰ ਤੁਸੀਂ ਪੀਟੀ ਕਰਕੇ ਪੀਟੀ ਦੇ ਤੁਸੀਂ 55-56 ਸਕੋਰ ਲੈ ਕੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਆਪਸ਼ਨਸ ਤੁਹਾਡੇ ਕੋਲ ਬਹੁਤ ਹੈ, ਲੇਕਿਨ ਡਿਪੈਂਡ ਕਰਦਾ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ। ਕੋਈ ਯੂਨੀਵਰਸਿਟੀ ਪੀਟੀ ਚ ਸਕੋਰ ਹਾਈ ਦੀ ਡਿਮਾਂਡ ਕਰ ਰਿਹਾ, ਕੋਈ 60% ਦੇ, ਕੋਈ 60 ਪੁਆਇੰਟਸ ਦੀ ਡਿਮਾਂਡ ਕਰ ਰਿਹਾ, ਕੋਈ 55 ਤੇ ਵੀ ਕਰ ਰਿਹਾ, ਕੋਈ 64 ਤੇ ਵੀ ਕਰ ਰਿਹਾ। ਸੋ ਇਹੀ ਚੀਜ਼ ਹੈ ਕਿ ਤੁਸੀਂ ਜਦੋਂ ਵੀ ਅਪਲਾਈ ਕਰਨਾ 3-4 ਕੰਸਲਟੈਂਟਸ ਦੇ ਆਫਿਸ ਵਿਜ਼ਿਟ ਜ਼ਰੂਰ ਕਰੋ। ਔਰ ਖਾਸ ਕਰਕੇ ਹੋ ਸਕਦਾ ਹੈ ਜਦੋਂ ਵਿਜ਼ਿਟ ਕਰਕੇ ਵੀ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਨਾ ਮਿਲੇ, ਮੈਂ ਚੀਜ਼ ਚੈਲੰਜ ਨਾ ਕਹਿ ਸਕਦਾ ਕਿ ਤੁਸੀਂ ਇੰਸਟਾਗ੍ਰਾਮ ਫੇਸਬੁੱਕ ਤੇ ਬਾਕੀ ਕੰਸਲਟੈਂਟਸ ਦੇ ਵੀ ਦੇਖੋ ਕਿ ਕਿੰਨਾ ਵੀਜ਼ਾ ਆ ਰਿਹਾ, ਔਰ ਸਾਈਨ ਓਵਰਸੀਜ਼ ਦੇਖੋ ਜਿਹੜੇ ਕਿ ਤੁਹਾਨੂੰ ਹੁਣ ਵੀ, ਜਿੱਥੇ ਅੰਬੈਸੀ ਨੇ ਪਿਓਰਿਟੀ ਸੁਪਰ ਪਿਓਰਿਟੀ ਬੰਦ ਕਰ ਦਿੱਤੀ ਹੈ, ਤਦ ਵੀ ਅਸੀਂ ਇੱਕ ਦਿਨ 14 15 ਵੀਜ਼ੇ ਕੰਟੀਨਿਊਸਲੀ ਤੁਹਾਨੂੰ ਦਿਖਾ ਰਹੇ ਹਾਂ। ਸੋ ਡੇਲੀ ਤੁਹਾਨੂੰ ਵੀਜ਼ਾ ਦਿਖਾ ਰਹੇ ਹਾਂ, ਕੋਈ ਇਹ ਨਹੀਂ ਕਿ ਬਾਕੀ ਕੰਪਨੀ ਤੁਹਾਨੂੰ ਵੀਕ ਬਾਅਦ 1 ਜਾਂ 2 ਵੀਜ਼ਾ ਦਿਖਾ ਰਹੇ, ਅਸੀਂ ਤੁਹਾਨੂੰ ਡੇਲੀ ਵੀਜ਼ਾ ਦਿਖਾ ਰਹੇ ਹਾਂ। ਇੰਸਟਾਗ੍ਰਾਮ ਤੇ ਦੇਖੋ, ਕਿਉਂਕਿ ਮੇਰੇ ਕੋਲ ਬਹੁਤ ਬੱਚੇ ਵਿਜ਼ਿਟ ਕਰਦੇ ਆ ਜਿਹੜੇ ਕਿ ਬਲੀਵ ਕਰਨਾ ਮੈਮ ਕੀ ਕਹਿੰਦੇ ਕਿ ਸਾਡਾ ਕੋਈ ਮਾਈਂਡ ਹੀ ਨਹੀਂ ਸੀ ਕਿ ਅਸੀਂ ਕਦੀ ਅਬਰੋਡ ਦਾ ਸੋਚਿਆ ਨਹੀਂ ਸੀ, ਲੇਕਿਨ ਤੁਹਾਡੇ ਇੰਸਟਾਗ੍ਰਾਮ ਤੇ ਰੀਲਸ ਦੇਖ ਕੇ ਨਾ ਸਾਡਾ ਮਾਈਂਡ ਬਣ ਗਿਆ। ਸੋ ਉਹ ਬੱਚੇ ਦੀ ਵੀ ਤੁਸੀਂ ਆਈ ਥਿੰਕ ਉਹ ਵੀਡੀਓ ਦੇਖੀ ਹੋਏਗੀ ਇੰਸਟਾਗ੍ਰਾਮ ਤੇ। ਸੋ ਇਹੀ ਮੈਂ ਇਨਫੋਰਮੇਸ਼ਨ ਦੇ ਰਿਹਾ ਕਿ ਅਗਰ ਤੁਸੀਂ ਅਪਲਾਈ ਕਰਨਾ, ਯੂਕੇ ਅਪਲਾਈ ਕਰਨਾ, ਆਸਟ੍ਰੇਲੀਆ ਅਪਲਾਈ ਕਰਨਾ, ਸਿੰਗਾਪੁਰ ਸਾਈਪਰਸ ਅਪਲਾਈ ਕਰਨਾ, ਤਾਂ ਸਾਰੀ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹ ਰਹੇ ਹੋ, ਕੋਈ ਰਿਸਕ ਨਹੀਂ ਲੈਣਾ ਚਾਹ ਰਹੇ, ਤਾਂ ਤੁਹਾਡੇ ਕੋਲ ਇੱਕ ਬੈਸਟ ਆਪਸ਼ਨ ਹੈ ਸਾਈਨ ਓਵਰਸੀਜ਼ ਐਜੂਕੇਸ਼ਨ ਸਰਵਿਸ, ਜਿੱਥੇ ਕਿ ਹਜ਼ਾਰਾਂ ਬੱਚਿਆਂ ਦੇ ਅਸੀਂ ਵੀਜ਼ਾ ਅਪਰੂਵ ਕਰਵਾ ਚੁੱਕੇ ਹਾਂ। ਸੋ ਮੈਨੂੰ ਨਹੀਂ ਲੱਗਦਾ ਕਿ ਇਹ ਆਪਸ਼ਨ ਪੂਰੇ ਪੰਜਾਬ ਦੇ ਵਿੱਚ ਕੋਈ ਹੋਰ ਕੰਸਲਟੈਂਟ ਤੁਹਾਨੂੰ ਪ੍ਰੋਵਾਈਡ ਕਰਵਾ ਰਿਹਾ। ਬਿਲਕੁਲ, ਤੁਹਾਡੀ ਜ਼ੁਬਾਨੀ ਵੀ ਮੈਂ ਕਈ ਵਾਰੀ ਹੁਣੇ ਹੀ ਸੁਣ ਲਿਆ ਹੈ ਵੀ ਪੇ ਆਫਟਰ ਵੀਜ਼ਾ, ਨਾ। ਇਸ ਤੋਂ ਇਲਾਵਾ ਤੁਹਾਡੇ ਫੇਸਬੁੱਕ ਪੇਜ ਤੇ ਜਾਂ ਇੰਸਟਾਗ੍ਰਾਮ ਤੇ ਵੀ ਅਸੀਂ ਵਿਜ਼ਿਟ ਕਰਦੇ ਹਾਂ, ਤਾਂ ਜਿਹੜੇ ਬੱਚੇ ਨੇ ਉਹ ਵੀ ਆਪਣੇ ਮੂੰਹੋਂ ਇਹ ਚੀਜ਼ ਬੋਲਦੇ ਨੇ। ਦੋਨਾਂ ਚੀਜ਼ਾਂ 'ਚ ਕਿੰਨਾ ਕੁ ਡਿਫਰੈਂਸ ਆ ਜਾਂਦਾ? ਪੇ ਆਫਟਰ ਵੀਜ਼ਾ ਕਰਨ ਦੇ ਸਟੂਡੈਂਟ ਨੂੰ ਕਿੰਨੇ ਕੁ ਬੈਨੀਫਿਟ ਹੋ ਜਾਂਦੇ ਨੇ? ਬਹੁਤ ਅੱਛਾ, ਸੌਰੀ ਤੁਹਾਨੂੰ ਇੰਟਰਪਟ ਕਰ ਰਿਹਾ, ਬਹੁਤ ਅੱਛਾ ਤੁਹਾਡਾ ਕੁਐਸਚਨ ਹੈ। ਬਿਕੋਜ਼ ਆਫ ਕਿ ਬਹੁਤ ਸਾਰੇ ਨਾ ਕੰਸਲਟੈਂਟਸ ਦੇ ਮੈਂ ਦੇਖਦਾ ਹੁੰਦਾ ਪ੍ਰੋਗਰਾਮ, ਉਹਨਾਂ ਦਾ ਕਹਿਣਾ ਹੁੰਦਾ ਸਰ ਕਿ ਜਿਹੜੇ ਕੰਸਲਟੈਂਟਸ ਤੁਹਾਨੂੰ ਇਹ ਫੈਸਿਲਿਟੀ ਦੇ ਰਹੇ ਨੇ,
ਪੇ ਆਫਟਰ ਵੀਜ਼ਾ ਤੁਸੀਂ ਉਹਨਾਂ ਕੋਲ ਨਾ ਅਪਲਾਈ ਕਰੋ, ਬਿਕੋਜ਼ ਆਫ ਕਿ ਤੁਹਾਡੇ ਕੋਲੋਂ ਬਹੁਤ ਜ਼ਿਆਦਾ ਪੈਸਾ ਐਕਸਟਰਾ ਚਾਰਜ ਕਰਦੇ ਆ। ਮੈਨੂੰ ਇਹ ਗੱਲ ਦਾ ਆਨਸਰ ਦੇਣਾ ਮੈਮ, ਅੱਜ ਦੀ ਡੇਟ ਵਿੱਚ ਹਰ ਬੱਚਾ ਅਵੇਅਰ ਹੈ, ਹਰ ਬੱਚਾ ਸਮਾਰਟ ਹੈ। ਕੌਣ ਇਹ ਚੀਜ਼ ਨੂੰ ਕਰੇਗਾ ਕਿ ਮੈਂ ਕਿਸੇ ਕੰਸਲਟੈਂਟ ਨੂੰ ਲੱਖਾਂ ਰੁਪਏ ਫालतू ਦਿਆਂ। ਅੱਜ ਮੈਂ ਖੁਦ ਹਮੇਸ਼ਾ ਦੱਸਦਾ, ਆਪਣੇ ਹਰ ਸ਼ੋਅ ਤੇ ਇਨਫੋਰਮੇਸ਼ਨ ਦਿੰਦਾ, ਜਦੋਂ ਵੀ ਤੁਸੀਂ ਜਿਹੜੇ ਵੀ ਕੰਸਲਟੈਂਟ ਦੇ ਆਫਿਸ ਵਿਜ਼ਿਟ ਕਰਦੇ ਹੋ, ਰਿਟਨ ਦੇ ਵਿੱਚ ਕਾਉਂਸਲਿੰਗ ਲਓ ਔਰ ਕਾਉਂਸਲਿੰਗ ਪੇਪਰ ਨੂੰ ਆਪਣੇ ਕੋਲ ਸੰਭਾਲ ਕੇ ਰੱਖੋ। ਫਿਰ ਉਹਦਾ ਕੰਪੈਰੀਜ਼ਨ ਕਰੋ ਦੂਸਰੇ ਕੰਸਲਟੈਂਟ ਦੇ ਆਫਿਸ ਜਾ ਕੇ, ਤੁਹਾਨੂੰ ਕਿਹੜੀ ਯੂਨੀਵਰਸਿਟੀ ਕਿੰਨੇ ਟਾਈਮ ਦਾ ਤੁਹਾਨੂੰ ਉਹ ਫੀਸ ਪੇ ਕਰ ਰਿਹਾ, ਤੁਹਾਡਾ NHS ਦੇ ਰਿਹਾ, ਤੁਹਾਡਾ ਐਮਬੈਸੀ ਫੀਸ ਦੇ ਰਿਹਾ, ਪ੍ਰੋਸੈਸਿੰਗ ਫੀਸ ਕਿੰਨੀ ਚਾਰਜ ਕਰ ਰਿਹਾ ਔਰ ਕਿੰਨੇ ਦਾ ਪੈਕੇਜ ਦੇ ਰਿਹਾ, ਨੌਨ ਪੈਕੇਜ ਤੁਹਾਨੂੰ ਕਿੰਨੀ ਕੋਸਟ ਕਰ ਰਹੀ ਹੈ। ਅਗਰ ਤੁਹਾਨੂੰ 50-60,000 ਦਾ ਮੈਕਸਿਮਮ ਤੁਹਾਨੂੰ ਐਕਸਟਰਾ ਪੇ ਕਰਨਾ ਪੈ ਰਿਹਾ ਤਾਂ ਮੇਰੇ ਅਕੋਰਡਿੰਗ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਕਿਉਂਕਿ ਅਗਰ ਕਿਸੇ ਬੱਚੇ ਦਾ ਰਿਫਿਊਜ਼ ਹੁੰਦਾ ਹੈ, ਵੈਰੀ ਫਰੈਂਕਲੀ ਟੂ ਸੇ ਦੈਟ ਕਿ ਉਸ ਬੱਚੇ ਦਾ ਨੀਅਰ ਅਬਾਊਟ 1.5 ਤੋਂ 2 ਲੱਖ ਰੁਪਏ ਦਾ ਲਾਸ ਜ਼ਰੂਰ ਹੈ, ਕਿਉਂਕਿ ਐਮਬੈਸੀ ਫੀਸ ਕਦੀ ਰਿਫੰਡ ਨਹੀਂ ਹੋਏਗੀ, ਕਾਲਜ ਦੀ ਫੀਸ 500 ਪਾਉਂਡ ਘੱਟ ਕੇ ਆਏਗੀ, ਡਾਲਰ ਰੇਟ ਦਾ ਜਿਹੜਾ ਲਾਸ ਹੋਏਗਾ ਉਹ ਵੱਖਰਾ ਹੋਏਗਾ, NHS ਕਾਫੀ ਟਾਈਮ ਬਾਅਦ ਵਾਪਸ ਆਏਗਾ। ਸੋ ਪ੍ਰੋਸੈਸਿੰਗ ਫੀਸ ਜਿਹੜੀ ਤੁਹਾਡੇ ਕੋਲ ਉਹਨਾਂ ਨੇ ਚਾਰਜ ਕੀਤੀ ਹੋਏਗੀ 25 ਜਾਂ 30,000 ਜੋ ਵੀ ਉਹ ਕੰਪਨੀ ਚਾਰਜ ਕਰਦੀ ਹੈ ਉਹ ਨਾਨ ਰਿਫੰਡੇਬਲ ਹੁੰਦੀ ਹੈ। ਸੋ ਉਹਦੇ ਵਿੱਚ ਬੱਚੇ ਨੂੰ ਬਹੁਤ ਜ਼ਿਆਦਾ ਰਿਸਕ ਹੈ। ਹੁਣ ਮੈਂ ਇੱਕ ਗੱਲ ਕੁਐਸਚਨ ਪੁੱਟ ਹੁੰਦਾ ਕਿ ਉਹ ਕੰਸਲਟੈਂਟ ਫਿਰ ਕਹਿੰਦੇ ਕਿਉਂ ਹੈ, ਸਿਰਫ ਇੱਕ ਰੀਜ਼ਨ ਕਿ ਜੇ ਉਹਨਾਂ ਨੂੰ ਪਤਾ ਹੋਏਗਾ ਕਿ ਸਾਨੂੰ ਪ੍ਰੋਫਿਟ ਉਹਦੇ ਵਿੱਚ ਹੈ, ਕਿ ਜੇ ਅਸੀਂ ਪੈਕੇਜ ਵਿੱਚ ਕਰ ਰਹੇ ਹਾਂ ਤਾਂ ਉਹ ਵੀ ਪੈਕੇਜ ਕਰਨਾ ਚਾਹੁੰਦੇ ਨੇ, ਲੇਕਿਨ ਉਹ ਰਿਸਕ ਨਹੀਂ ਲੈਣਾ ਚਾਹੁੰਦੇ। ਉਹਨਾਂ ਨੂੰ ਆਪਣੀ ਫਾਈਲਿੰਗ ਡਿਪਾਰਟਮੈਂਟ ਤੇ ਆਪਣੀ ਕੰਪਨੀ ਤੇ ਉਹਨਾਂ ਕੌਨਫੀਡੈਂਸ ਨਹੀਂ ਹੈ ਕਿ ਅਸੀਂ ਰਿਸਕ ਲਈਏ ਬੱਚੇ ਤੇ, ਉਹਦੀ ਕਾਲਜ ਦੀ ਫੀਸ ਪੇ ਕਰੀਏ, ਐਮਬੈਸੀ ਫੀਸ ਆਪਣੇ ਕੋਲੋਂ ਪੇ ਕਰੀਏ ਔਰ ਬੱਚੇ ਕੋਲ ਸਾਰਾ ਕੁਝ ਵੀਜ਼ਾ ਲੱਗਣ ਤੋਂ ਬਾਅਦ ਚਾਰਜ ਕਰੀਏ। ਤਾਂ ਉਹਨੂੰ ਹੁੰਦਾ ਕਿ ਅਗਰ ਇਨ ਕੇਸ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਲਾਸ ਕੰਪਨੀ ਦਾ ਹੋਏਗਾ। ਸੋ ਸਾਨੂੰ ਆਪਣੇ ਡਿਪਾਰਟਮੈਂਟ ਤੇ, ਆਪਣੀ ਕੰਪਨੀ ਤੇ, ਆਪਣੇ ਸਟਾਫ ਤੇ ਪੂਰਾ ਕੌਨਫੀਡੈਂਸ ਹੈ ਔਰ ਡਾਇਰੈਕਟ ਟਾਈ ਅਪਸ ਦਾ ਮਤਲਬ ਇਹ ਬਹੁਤ ਵੱਡਾ ਇੱਕ ਰੋਲ ਹੁੰਦਾ ਹੈ। ਸਾਨੂੰ ਪਤਾ ਕਿ ਸਾਡੇ ਵੀਜ਼ਾ ਜਿੰਨੇ ਵੀ ਬੱਚੇ ਖੁਦ ਵੀ ਆਉਂਦੇ ਨੇ ਆਫਿਸ, ਖੁਦ ਆ ਕੇ ਜਦੋਂ ਮੈਂ ਉਹਨਾਂ ਨੂੰ ਇੰਸਟਾਗ੍ਰਾਮ ਤੇ ਵੀਜ਼ਾ ਦਿਖਾਣਾ ਕਿ ਤੁਹਾਡਾ ਵੀਜ਼ਾ ਅਪਰੂਵ ਹੋ ਗਿਆ, ਬੱਚਿਆਂ ਦਾ ਇਹ ਕਹਿਣਾ ਹੁੰਦਾ ਸਰ ਸਾਈਂ ਓਵਰਸੀਜ਼ ਆਈ ਸੀ, ਸਾਨੂੰ ਪਤਾ ਹੀ ਸੀ ਸਾਡਾ ਵੀਜ਼ਾ ਲੱਗਣਾ ਹੀ ਲੱਗਣਾ ਹੈ। ਇੱਕ ਵਿਸ਼ਵਾਸ ਜਿਹੜਾ ਬੱਚਿਆਂ ਦੇ ਮਨ ਦੇ ਵਿੱਚ ਬਣਿਆ ਹੋਇਆ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੀ ਨਾਮ ਹੈ ਤੁਹਾਡਾ? ਹੈਲੋ, ਹਾਂਜੀ, ਕੀ ਸਵਾਲ ਹੈ ਜੀ? ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਮੈਮ, ਰਵੀ ਗੱਲ ਕਰ ਰਿਹਾ ਜੀ ਗੁਰਦਾਸਪੁਰ ਤੋਂ ਜੀ। ਠੀਕ ਹੈ, ਕੀ ਸਵਾਲ ਹੈ ਜੀ? ਮੈਮ ਸਰ ਤੇ ਮੈਂ ਇੰਸਟਾਗ੍ਰਾਮ ਤੇ ਸਰ ਨੂੰ ਰੈਗੂਲਰ ਫੋਲੋ ਕਰਦਾ ਹਾਂ। ਓਕੇ ਜੀ, ਜੀ ਸਵਾਲ ਕੀ ਹੈ? ਤੇ ਸਰ ਨੇ ਮੈਮ UK ਦੇ ਸਪਾਊਸ ਵੀਜ਼ਿਆਂ ਦੀ ਧਾਤਨ ਕਰਾਈ ਹੋਈ ਹੈ ਤੇ ਸਾਡਾ ਵੀ ਲਗਵਾ ਦਿਓ ਮੈਮ ਸਪਾਊਸ ਵੀਜ਼ਾ। ਪ੍ਰੋਫਾਈਲ ਕੀ ਹੈ ਸਰ ਤੁਹਾਡੀ? ਜ਼ਰੂਰ, ਜੇ ਪ੍ਰੋਫਾਈਲ ਤੁਹਾਡੀ ਕੈਪੇਬਲ ਹੋਏਗੀ ਤਾਂ ਜ਼ਰੂਰ ਲੱਗੇਗਾ ਜੀ। ਹਾਂਜੀ ਮੈਮ, ਮੇਰੀ ਵਾਈਫ ਨੇ ਆਇਲਸ ਕੀਤੀ ਹੋਈ ਹੈ, ਉਹਦੇ ਓਵਰਆਲ 6.5 ਨੇ ਤੇ ਏਜ 6 ਪੈਨ ਨੇ। ਠੀਕ ਹੈ ਜੀ। ਤੇ BCA ਕੀਤੀ ਹੈ 2021 ਵਿੱਚ। ਠੀਕ ਹੈ, ਠੀਕ ਹੈ ਜੀ। 60% ਨੰਬਰ ਨੇ ਜੀ। ਓਕੇ, ਹਾਂਜੀ ਠੀਕ ਹੈ। ਮੈਰਿਜ ਕਦੋਂ ਹੋਈ ਹੈ ਤੁਹਾਡੀ ਰਵੀ? ਆਇਲਸ 2021 ਵਿੱਚ ਹੋਈ ਹੈ ਜੀ। ਨਹੀਂ, ਵਿਆਹ ਕਦੋਂ ਹੋਇਆ ਤੁਹਾਡਾ? 21 ਵਿੱਚ ਹੀ ਹੋਇਆ। 21 ਚ ਵਿਆਹ ਹੋਇਆ। ਓਕੇ, ਆਇਲਸ ਵੀ 21 ਚ ਹੋਈ ਹੈ, ਵਿਆਹ ਵੀ ਰਵੀ ਦਾ 21 ਦੇ ਵਿੱਚ ਹੋਇਆ। ਠੀਕ ਹੈ, ਤੁਸੀਂ ਟੀਵੀ ਸਕਰੀਨ ਤੇ ਆਪਣਾ ਦੇਖੋ ਬਹੁਤ ਸਾਰੇ ਮੈਂ ਪਹਿਲੇ ਵੀ ਸ਼ੋਅ ਦੇ ਵੀ ਦੱਸਿਆ ਸੀ ਕਿ ਜਦੋਂ ਮੇਰੇ ਇੰਸਟਾਗ੍ਰਾਮ ਤੇ ਬੱਚੇ ਆਉਂਦੇ ਨੇ, ਮੈਂ ਉਹਨਾਂ ਨੂੰ ਵੀਜ਼ਾ ਦਿਖਾਣਾ ਤਾਂ ਮੈਂ ਪੁੱਛਦਾ ਕਿ ਸਰ ਤੁਹਾਨੂੰ ਸਾਈਂ ਓਵਰਸੀਜ਼ ਬਾਰੇ ਕਿੱਦਾਂ ਪਤਾ ਲੱਗਿਆ, ਤੁਸੀਂ ਮੇਰੀ ਕੋਈ ਐਡਵਰਟਾਈਜ਼ਮੈਂਟ ਦੇਖੀ? ਤੇ 90% ਬੱਚਿਆਂ ਦਾ ਕਹਿਣਾ ਹੀ ਹੁੰਦਾ ਕਿ ਸਰ ਇੰਸਟਾਗ੍ਰਾਮ ਤੇ ਤੁਹਾਡੀ ਰੀਲਸ ਦੇਖੀਆਂ ਸੀ, ਉੱਥੋਂ ਸਾਡਾ ਮੂਡ ਬਣਿਆ ਕਿ ਹਾਂ ਅਸੀਂ ਵੀ ਮਾਈਂਡ ਮੇਕਅਪ ਹੋਇਆ ਕਿ ਅਸੀਂ ਵੀ ਅਪਲਾਈ ਕਰੀਏ UK ਦਾ। ਸੋ UK ਅਪਲਾਈ ਕਰਨਾ ਚਾਹ ਰਹੇ ਹੋ, ਸਪਾਊਸ ਕੇਸ ਡੈਫੀਨੇਟਲੀ ਕਿ ਮੇਰੇ ਮੈਕਸਿਮਮ ਜਿਹੜੇ ਹੁੰਦੇ ਆ, ਮੈਨੂੰ ਖੁਦ ਆ ਕੇ ਕਲਾਇੰਟਸ ਕਹਿੰਦੇ ਸਰ ਤੁਹਾਡੇ ਸਪਾਊਸ ਕੇਸ ਬਹੁਤ ਜ਼ਿਆਦਾ ਲੱਗਦੇ ਆ। ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਮਾਰਕੀਟ ਦੇ ਵਿੱਚ ਕੰਸਲਟੈਂਟ, ਸ਼ਾਇਦ ਜੋ ਮੇਰੀ ਫੀਲਿੰਗ ਹੈ, ਜੋ ਮੇਰੀ ਸਿਕਸ ਸੈਂਸ ਕਹਿ ਰਹੀ ਹੈ ਕਿ ਕਿਤੇ ਨਾ ਕਿਤੇ ਏਜੰਟ ਜਾਂ ਕੰਸਲਟੈਂਟ ਘਬਰਾਉਂਦੇ ਨੇ ਸਪਾਊਸ ਕੇਸ ਅਪਲਾਈ ਕਰਨ ਤੋਂ ਕਿ ਕਿਤੇ ਇੰਟਰਵਿਊ ਨਾ ਆ ਜਾਏ ਜਾਂ ਵੀਜ਼ਾ ਰਿਫਿਊਜ਼ ਨਾ ਹੋ ਜਾਏ ਜਾਂ ਉਹਨਾਂ ਦਾ ਸਕਸੈਸ ਰੇਟ ਨਾ ਡਾਊਨ ਜਾਏ। ਸੋ ਸਾਈਂ ਓਵਰਸੀਜ਼ ਰੈਗੂਲਰ ਤੁਹਾਨੂੰ ਸਪਾਊਸ ਕੇਸ ਦਿਖਾ ਰਹੀ ਹੈ। ਸੋ ਜਿੰਨੇ ਵੀ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਵੀਵਰਸ, ਅਗਰ ਤੁਸੀਂ ਸਪਾਊਸ ਕੇਸ ਜਾਂ ਸਿੰਗਲ ਕੇਸ ਅਪਲਾਈ ਕਰਨਾ ਚਾਹ ਰਹੇ ਹੋ, ਇੱਕ ਵਾਰੀ ਸਾਈਂ ਓਵਰਸੀਜ਼ ਵਿਜ਼ਿਟ ਜ਼ਰੂਰ ਕਰਨਾ। ਔਰ ਮੈਂ ਤੁਹਾਨੂੰ 100% ਗਰੰਟੀ ਨਾਲ ਇਹ ਚੀਜ਼ ਕਹਿ ਸਕਦਾ ਕਿ ਜਦੋਂ ਤੁਸੀਂ ਸਾਡੇ ਕਾਉਂਸਲਰ ਤੋਂ ਕਾਉਂਸਲਿੰਗ ਲਓਗੇ ਤਾਂ ਕਦੀ ਵੀ ਕਿਸੇ ਹੋਰ ਕੰਸਲਟੈਂਟ ਦੇ ਆਫਿਸ ਜਾ ਕੇ ਪ੍ਰੈਫਰ ਨਹੀਂ ਕਰੋਗੇ ਆਪਣੀ ਫਾਈਲ ਲਗਵਾਉਣਾ, ਕਿਉਂਕਿ ਜੋ ਫੈਸਿਲਿਟੀਜ਼, ਜੋ ਕੰਪਨੀ ਫੈਸਿਲਿਟੀਜ਼ ਦੇ ਰਹੀ ਆ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਕੋਈ ਕੰਪਨੀ ਤੁਹਾਨੂੰ ਉਹ ਚੀਜ਼ ਨਹੀਂ ਦੇ ਰਹੀ। ਬਿਕੋਜ਼ ਆਫ ਕਿ ਜਦੋਂ ਅਸੀਂ ਬੱਚੇ ਨੂੰ ਕਹਿੰਦੇ ਕਿ ਤੇਰੇ ਕੋਲ ਕੋਈ ਸਿੰਗਲ ਪੈਨੀ ਪਹਿਲੇ ਚਾਰਜ ਨਹੀਂ ਕਰਨੀ, ਤੂੰ ਆਪਣੀ ਐਮਬੈਸੀ ਫੀਸ, NHS ਔਰ ਕਾਲਜ ਦੀ ਫੀਸ, 3 ਫੀਸਾਂ ਜਦੋਂ ਅਸੀਂ ਬੱਚੇ ਨੂੰ ਕਹਿਣਾ, ਸਾਡਾ ਕਾਉਂਸਲਰ ਕਹਿੰਦਾ ਨਾ ਕਿ ਵੀਜ਼ਾ ਲੱਗਣ ਤੋਂ ਬਾਅਦ, ਤੇ ਬੱਚੇ ਨੂੰ ਉੱਥੇ ਹੁੰਦਾ ਕਿ ਹਾਂ ਇੱਥੇ ਮੇਰਾ ਹੁਣ ਵੀਜ਼ਾ ਜ਼ਰੂਰ ਲੱਗੇਗਾ, ਕਿਉਂਕਿ ਜਦੋਂ ਮੇਰੇ ਤੇ ਇਨਵੈਸਟ ਕੋਈ ਥਰਡ ਪਰਸਨ ਕਰ ਰਿਹਾ ਤਾਂ ਉਹਨੂੰ ਪਤਾ ਕਿ ਮੇਰੀ ਪ੍ਰੋਫਾਈਲ ਐਲੀਜੀਬਲ ਹੈ ਜਾਂ ਮੇਰੀ ਉਹ ਪ੍ਰੋਫਾਈਲ ਦੇ ਨਾਲ ਐਕਸਪੈਰੀਮੈਂਟ ਨਹੀਂ ਕਰੇਗਾ। ਬਹੁਤ ਸਾਰੇ ਇਸ ਇੰਡਸਟਰੀ ਦੇ ਵਿੱਚ ਮੈਂ ਕਹਾਂਗਾ ਪਿਛਲੇ 7 to 8 ਇਅਰਸ ਤੋਂ ਬਹੁਤ ਨਵੇਂ ਲੋਕਾਂ ਨੇ ਆ ਕੇ ਬਿਜ਼ਨਸ ਸਟਾਰਟ ਕੀਤਾ, ਲੇਕਿਨ ਉਹਨਾਂ ਨੂੰ ਉਹਨਾਂ ਪ੍ਰੋਪਰਲੀ ਐਕਸਪੀਰੀਅੰਸ ਨਹੀਂ ਹੈ, ਡਾਇਰੈਕਟ ਟਾਈ ਅਪ ਨਹੀਂ ਹੈ। ਸੋ ਪਤਾ ਨਹੀਂ ਹੈ ਕਿ ਫਾਈਲ ਕਿਸ ਤਰ੍ਹਾਂ ਲਾਂਚ ਕਰਨਾ, ਕਿਉਂਕਿ ਹਰ ਇੱਕ ਬੱਚੇ ਦੀ ਪ੍ਰੋਫਾਈਲ ਵੱਖਰਾ ਵੱਖਰਾ ਤੁਹਾਨੂੰ ਐਕਸਪੀਰੀਅੰਸ ਦਿੰਦੀ ਹੈ। ਸੋ ਅਗਰ ਮੈਂ ਆਪਣੀ ਕੰਪਨੀ ਦੀ ਗੱਲ ਕਰਾਂ, ਸਾਨੂੰ ਵੀ 15 ਸਾਲ ਦਾ ਐਕਸਪੀਰੀਅੰਸ ਹੈ, ਅਸੀਂ ਵੀ ਆਪਣੇ ਐਕਸਪੀਰੀਅੰਸ ਵਿੱਚ ਪਹਿਲੇ ਫਾਈਲ ਰਿਫਿਊਜ਼ ਕਰਵਾਈਆਂ ਹੋਈਆਂ। ਸੋ ਹੁਣ ਮੈਂ ਤਾਂ ਹੀ ਇਹ ਚੀਜ਼ ਡਟ ਕੇ ਔਰ ਏਅਰ ਇਹ ਗੱਲ ਕਹਿ ਰਿਹਾ
ਕਿ 2021 ਤੋਂ ਬਾਅਦ ਇੱਕ ਸਿੰਗਲ ਕੇਸ ਸਾਈਨ ਓਵਰਸੀਜ਼ ਦਾ ਰਿਫਿਊਜ਼ ਨਹੀਂ ਹੈ, ਔਰ ਤੁਸੀਂ ਕਿਸੇ ਵੀ ਕੰਸਲਟੈਂਟ ਦੇ ਮੂੰਹ ਤੋਂ ਇਹ ਗੱਲ ਨਹੀਂ ਸੁਣੋਗੇ ਕਿ ਹੋਰ ਕੰਪਨੀ ਇਹ ਚੀਜ਼ ਆ ਕੇ ਔਨ ਏਅਰ ਬੜੇ ਕੌਨਫੀਡੈਂਸ ਨਾਲ ਇਹ ਚੀਜ਼ ਕਹੇ ਕਿ ਮੇਰਾ ਕੋਈ ਵੀਜ਼ਾ ਰਿਫਿਊਜ਼ ਨਹੀਂ ਹੈ। ਸੋ ਇਹੀ ਰੀਜ਼ਨ ਹੈ, ਇਹੀ ਵਰਡਸ ਹੈ ਕਿ ਬੱਚਿਆਂ ਦਾ ਜਿਹੜਾ ਟਰਸਟ ਹੈ ਉਹ ਸਾਈਨ ਓਵਰਸੀਜ਼ ਤੇ। ਬਿਲਕੁਲ। ਸਾਡੇ ਨੈਕਸਟ ਕਾਲਰ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਹੈ? ਮੈਂ ਜੀ ਮੋਗੇ ਤੋਂ ਗੱਲ ਕਰਦਾ। ਮੋਗੇ ਤੋਂ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਗੁਰਦਾਸਪੁਰ ਹੈ ਜੀ। ਜੀ ਕੀ ਸਵਾਲ ਹੈ ਸਰ ਤੁਹਾਡਾ? ਮੇਰਾ ਇਹ ਸਵਾਲ ਹੈ ਜੀ, ਵੱਡਾ ਮੁੰਡਾ ਮੇਰਾ ਨਿਊਜ਼ੀਲੈਂਡ ਦਾ, ਛੋਟੇ ਨੇ ਬੜਾ ਤੰਗ ਕੀਤਾ ਪਿਆ ਵਾ ਤੇ ਹੁਣ ਇਹਨੇ 12ਵੀਂ ਕੀਤੀ ਹੈ ਤੇ ਹੁਣ ਨਿਊਜ਼ੀਲੈਂਡ ਹੀ ਭੇਜਣਾ ਜੀ ਵੱਡੇ ਕੋਲ। ਅੱਛਾ, ਵੱਡੇ ਕੋਲ ਨਿਊਜ਼ੀਲੈਂਡ ਹੀ ਭੇਜਣਾ। ਛੋਟੇ ਕੀ ਕੁਆਲੀਫਿਕੇਸ਼ਨ ਹੈ ਸਰ ਤੁਹਾਡੇ ਬੇਟੇ ਦੀ? ਉਹ ਜੀ ਹੁਣੇ ਉਹਨੇ 12ਵੀਂ ਪਾਸ ਕੀਤੀ ਹੈ ਜੀ। ਅੱਛਾ ਸਰ, ਆਇਲਸ ਕੀਤੀ ਹੈ ਤੁਹਾਡੇ ਬੇਟੇ ਨੇ? ਹੁਣ ਲਾਇਆ ਉਹਨੂੰ ਸੈਂਟਰ 'ਚ ਜੀ ਹੁਣ। ਅੱਛਾ ਸੈਂਟਰ ਲਾਇਆ ਹੋਇਆ ਹੈ, ਠੀਕ ਹੈ ਸਰ, ਠੀਕ ਹੈ ਠੀਕ ਹੈ। ਸੋ ਠੀਕ ਹੈ, ਅਗਰ ਤੁਹਾਡੇ ਬੱਚੇ ਦੇ ਬੈਂਡ 6 ਬੈਂਡ ਆ ਜਾਣਗੇ ਫਿਰ ਤੁਸੀਂ ਆਫਿਸ ਵਿਜ਼ਿਟ ਕਰ ਲੈਣਾ, ਆਪਣੇ ਬੇਟੇ ਨੂੰ ਜ਼ਰੂਰ ਨਾਲ ਲੈ ਕੇ ਆਣਾ ਪਲੀਜ਼, ਔਰ ਅਕੈਡਮਿਕ ਕੁਆਲੀਫਿਕੇਸ਼ਨ ਡਾਕੂਮੈਂਟਸ ਨਾਲ ਲੈ ਕੇ ਆਣਾ, ਫਿਰ ਉਹਦੇ ਅਕੋਰਡਿੰਗ ਅਸੀਂ ਐਡਵਾਈਸ ਕਰ ਦਾਂਗੇ ਕਿ ਬੱਚਾ ਕਿਸ ਕੰਟਰੀ ਵਾਸਤੇ ਐਲੀਜੀਬਲ ਹੈ। ਬਿਲਕੁਲ। ਸੋ ਪੇਰੈਂਟਸ ਨੂੰ ਤੰਗ ਨਾ ਕਰਿਆ ਕਰੋ, ਹੈ ਨਾ, ਅੱਕ ਕੇ ਕਰਦੇ ਹੈ ਨਾ ਵੀ ਜਦੋਂ ਵੱਡਾ ਬਾਹਰ ਚਲ ਗਿਆ ਤਾਂ ਛੋਟੇ ਨੂੰ ਵੀ। ਸੋ ਜੋ ਵੀ ਪ੍ਰੋਫਾਈਲ ਨਾਲ ਜੁੜੀਆਂ ਡਿਟੇਲਸ ਹੋਣਗੀਆਂ ਤੁਹਾਨੂੰ ਜ਼ਰੂਰ ਦੱਸੀਆਂ ਜਾਣਗੀਆਂ। ਭਰੋਸੇਮੰਦ ਕੰਪਨੀ ਹੈ, ਤੁਸੀਂ ਵੀ ਭਰੋਸਾ ਜਤਾ ਸਕਦੇ ਹੋ। ਵਿਦਆਊਟ ਆਇਲਸ ਤਾਂ ਪ੍ਰਮੋਸ਼ਨਾਂ ਹੋ ਹੀ ਰਹੀਆਂ ਨੇ ਯੂਕੇ ਨੂੰ ਲੈ ਕੇ, ਵਿਦਆਊਟ ਇੰਟਰਵਿਊ ਵੀ ਬਹੁਤ ਪ੍ਰਮੋਸ਼ਨ ਹੋ ਰਹੀ ਹੈ, ਬਹੁਤ ਐਡਵਰਟਾਈਜ਼ਮੈਂਟ ਹੋ ਰਹੀ ਹੈ। ਡੈਫੀਨਿਟਲੀ ਮੈਮ, ਸੌਰੀ ਤੁਹਾਨੂੰ ਇੰਟਰਰਪਟ ਕਰ ਰਿਹਾ ਦੁਬਾਰਾ ਫਿਰ, ਕਿਉਂਕਿ ਜਦੋਂ ਕੋਈ ਚੀਜ਼ ਮਾਈਂਡ ਵਿੱਚ ਆਉਂਦੀ ਹੁੰਦਾ ਕਿ ਬੱਚਿਆਂ ਨੂੰ ਉਹ ਚੀਜ਼ ਦੀ ਇਨਫੋਰਮੇਸ਼ਨ ਜ਼ਰੂਰ ਦੇਈਏ। ਡੈਫੀਨਿਟਲੀ ਮੈਡਮ ਨੇ ਬਿਲਕੁਲ ਰਾਈਟ ਕਿਹਾ ਕਿ ਬਹੁਤ ਸਾਰੀ ਕੰਪਨੀਆਂ ਤੁਹਾਨੂੰ ਵਿਦਆਊਟ ਇੰਟਰਵਿਊ ਤੁਹਾਨੂੰ ਇਹ ਆਪਸ਼ਨ ਦੇ ਰਹੀ ਕਿ ਤੁਸੀਂ ਕੈਸ਼ ਆਪਣਾ ਅਪਲਾਈ ਕਰ ਸਕਦੇ ਹੋ, ਕੈਸ਼ ਤੁਹਾਨੂੰ ਯੂਨੀਵਰਸਿਟੀ ਤੋਂ ਰਿਲੀਜ਼ ਹੋ ਜਾਏਗਾ। ਸੋ ਸਾਈਨ ਓਵਰਸੀਜ਼ ਕੰਪਨੀ ਕੋਲ ਵੀ ਉਹ ਯੂਨੀਵਰਸਿਟੀਜ਼ ਦੇ ਨਾਲ ਡਾਇਰੈਕਟ ਟਾਈ ਅਪ ਹੈ। ਅਗਰ ਬੱਚੇ ਦੇ 6 ਬੈਂਡ ਨੋ ਲੈਸ ਦੈਨ 5.5 ਬੈਂਡ ਹੈ, ਤੁਹਾਨੂੰ ਘਬਰਾਹਟ ਹੈ ਇੰਟਰਵਿਊ ਤੋਂ, ਯੂਨੀਵਰਸਿਟੀ ਦੀ ਇੰਟਰਵਿਊ ਤੋਂ ਘਬਰਾਹਟ ਹੈ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਬਿਨਾਂ ਇੰਟਰਵਿਊ ਤੋਂ ਤੁਹਾਡਾ ਕੈਸ਼ ਅਸੀਂ ਇਸ਼ੂ ਕਰਵਾ ਕੇ ਦੇਵਾਂਗੇ। ਲੇਕਿਨ ਮੇਰੀ ਗੱਲ ਨੂੰ ਸਮਝ ਲੈਣਾ, ਮੈਂ ਕਦੀ ਇਸ ਚੀਜ਼ ਨੂੰ ਬਹੁਤ ਹਾਈਲਾਈਟ ਨਹੀਂ ਕਰਦਾ ਜਾਂ ਇਸ ਚੀਜ਼ ਨੂੰ ਐਡ ਨਹੀਂ ਲੈਂਦਾ ਕਿ ਤੁਸੀਂ ਇਹ ਚੀਜ਼ ਕਰੋ ਕਿ ਆਪਣਾ ਘਬਰਾਓ ਕਿ ਤੁਸੀਂ ਹਾਂ ਜੀ ਤੁਹਾਨੂੰ ਅਸੀਂ ਇਹ ਚੀਜ਼ ਦੀ ਆਪਸ਼ਨ ਦੇ ਰਹੇ ਹਾਂ ਕਿ ਬਿਨਾਂ ਇੰਟਰਵਿਊ ਤੋਂ ਤੁਹਾਨੂੰ ਕੈਸ਼ ਲੈਟਰ ਅਸੀਂ ਇਸ਼ੂ ਕਰਵਾ ਕੇ ਦਾਂਗੇ। ਹਮੇਸ਼ਾ ਉਸ ਯੂਨੀਵਰਸਿਟੀਜ਼ ਦੇ ਵਿੱਚ ਅਪਲਾਈ ਕਰੋ ਜਿਸ ਯੂਨੀਵਰਸਿਟੀਜ਼ ਦੀ ਬਿਫੋਰ ਇੰਟਰਵਿਊ ਤੁਹਾਨੂੰ ਕੈਸ਼ ਰਿਲੀਜ਼ ਹੋਏ। ਸੋ ਉਹਦਾ ਬੈਨੀਫਿਟ ਕੀ ਹੈ ਕਿ ਜਦੋਂ ਤੁਹਾਨੂੰ ਇੰਟਰਵਿਊ ਕਲੀਅਰ ਕਰਨੀ ਪਏਗੀ ਤਾਂ ਕਿਤੇ ਨਾ ਕਿਤੇ ਤੁਹਾਨੂੰ ਅੰਬੈਸੀ ਦੀ ਇੰਟਰਵਿਊ ਦਾ ਕਦੀ ਖੌਫ ਨਹੀਂ ਹੋਏਗਾ, ਡਰ ਨਹੀਂ ਹੋਏਗਾ। ਤੁਹਾਨੂੰ ਇਹ ਹੋਏਗਾ ਕਿ ਅਗਰ ਇਨ ਕੇਸ 1% ਵੀ, ਜੋ ਅੱਜ ਦੀ ਡੇਟ ਗੱਲ ਕਰ ਰਹੇ ਹਾਂ ਕਿ ਇੰਟਰਵਿਊਜ਼ ਨਹੀਂ ਆ ਰਹੀਆਂ, ਲੇਕਿਨ ਖੁਦਾ ਨਾ ਖਾਸਾ ਅਗਰ 1% ਇੰਟਰਵਿਊ ਤੁਹਾਡੀ ਆ ਗਈ ਤਾਂ ਤੁਹਾਨੂੰ ਪ੍ਰੋਪਰ ਬਰੀਫ ਵਿੱਚ ਨੌਲੇਜ ਹੋਏਗੀ ਆਪਣੀ ਕੋਰਸ ਬਾਰੇ, ਆਪਣੇ ਕੋਰਸ ਦੇ ਕੰਟੈਂਟਸ ਬਾਰੇ, ਆਪਣੀ ਯੂਨੀਵਰਸਿਟੀਜ਼ ਬਾਰੇ, ਔਰ ਤੁਸੀਂ ਇਹ ਯੂਕੇ ਹੀ ਕਿਉਂ ਪ੍ਰੈਫਰ ਕਰ ਰਹੇ ਹੋ ਸਟੱਡੀ ਅਪਲਾਈ ਕਰਨ ਵਾਸਤੇ, ਕਿਉਂਕਿ ਸਾਡੇ ਕੋਲ ਪ੍ਰੋਪਰ ਇੰਟਰਵਿਊ ਡਿਪਾਰਟਮੈਂਟ ਹੈ। ਔਰ ਮੈਂ ਹਮੇਸ਼ਾ ਇਹ ਚੀਜ਼ ਕਹਾਂਗਾ ਔਰ ਮੈਂ ਤੁਹਾਨੂੰ ਇਹ ਚੀਜ਼ ਅੱਛੀ ਤਰ੍ਹਾਂ ਐਕਸਪਲੇਨ ਕਰਨਾ ਚਾਹਾਂਗਾ, ਉਸ ਕੰਪਨੀ ਕੋਲ ਅਪਲਾਈ ਕਰੋ। ਮੈਂ ਨਹੀਂ ਕਹਿ ਰਿਹਾ ਕਿ ਸਾਈਨ ਓਵਰਸੀਜ਼ ਤੋਂ ਅਪਲਾਈ ਕਰੋ, ਸਿਰਫ ਔਰ ਸਿਰਫ ਉਸ ਕੰਪਨੀ ਕੋਲ ਜਾ ਕੇ ਅਪਲਾਈ ਕਰੋ ਜਿਹੜੀ ਕੰਪਨੀ ਪ੍ਰੋਪਰ ਤੁਹਾਨੂੰ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਾਵੇ, ਨਾ ਕਿ ਸਿਰਫ ਤੁਹਾਨੂੰ ਨੋਟਸ ਦੇਵੇ। ਉਹਦੇ ਵਿੱਚ ਘਰ ਬੈਠ ਕੇ ਦੇਖੋ, ਤੁਸੀਂ ਸਕੂਲ ਜਾਂਦੇ ਹੋ ਉੱਥੇ ਵੀ ਬੱਚਾ ਜਾ ਕੇ ਸਟੱਡੀ ਕਰਦਾ, ਨਾ ਕਿ ਇਹ ਹੁੰਦਾ ਕਿ ਤੁਹਾਨੂੰ ਨੋਟਸ ਮਿਲ ਗਏ ਤੁਸੀਂ ਘਰ ਆ ਕੇ ਉਹਨਾਂ ਅੱਛੀ ਤਰ੍ਹਾਂ ਐਕਸਪਲੇਨ ਨਹੀਂ ਕਰ ਪਾਓਗੇ, ਵੀਜ਼ਾ ਆਫਿਸਰ ਨੂੰ, ਯੂਨੀਵਰਸਿਟੀਜ਼ ਦੇ ਆਫਿਸਰ ਨੂੰ ਕਨਵਿੰਸ ਨਹੀਂ ਕਰ ਪਾਓਗੇ। ਸੋ ਜਦੋਂ ਤੁਸੀਂ ਅਪਲਾਈ ਕਰਦੇ ਹੋ ਸਾਈਨ ਓਵਰਸੀਜ਼ ਤੋਂ, ਸਾਡਾ ਸਕਸੈਸ ਰੇਟ ਦਾ ਰੀਜ਼ਨ ਹੀ ਇਹ ਹੈ, ਸਾਡਾ ਇੰਨੇ ਨੰਬਰ ਆਫ ਵੀਜ਼ਾ ਅਪਰੂਵ ਕਰਵਾਉਣ ਦਾ ਰੀਜ਼ਨ ਹੀ ਹੈ ਕਿ ਪ੍ਰੋਪਰ ਸਾਡਾ ਸਟਾਫ ਜਿਹੜਾ ਹੈਗਾ ਪ੍ਰੋਪਰ ਡੈਡੀਕੇਟਿਡ ਸਟਾਫ ਹੈ ਔਰ ਤੁਹਾਨੂੰ ਇੰਟਰਵਿਊ ਪ੍ਰੈਪਰੇਸ਼ਨ ਕਰਵਾ ਕੇ ਦਿੰਦਾ। ਬਹੁਤ ਹੀ ਰੇਅਰ ਕੇਸ ਹੁੰਦਾ ਕਿ ਬੱਚੇ ਨੂੰ ਥੋੜਾ ਟਾਈਮ ਲੱਗੇ, ਉਹ ਵੀ ਅਗਰ ਟਾਈਮ ਲੱਗੇਗਾ ਕਿਤੇ ਨਾ ਕਿਤੇ ਬੱਚੇ ਦੇ ਉਹ ਐਫਰਟਸ ਵਿੱਚ ਕਮੀ ਹੁੰਦੀ ਹੈ। ਸੋ ਬਹੁਤ ਸਾਰੇ ਮੈਂ ਜਦੋਂ ਵੀਡੀਓਜ਼ ਬਣਾਉਣਾ ਮੈਮ, ਬੱਚੇ ਖੁਦ ਮੈਨੂੰ ਆ ਕੇ ਚੀਜ਼ ਕਹਿੰਦੇ, ਕਿਉਂਕਿ ਮੈਂ ਇੰਨੀਆਂ ਵੀਡੀਓਜ਼ ਬੱਚਿਆਂ ਨਾਲ ਬਣਾ ਚੁੱਕਾ ਹਾਂ, ਮੈਨੂੰ ਹਮੇਸ਼ਾ ਮਾਈਂਡ ਵਿੱਚ ਜਦੋਂ ਸ਼ੂਟ ਕਰਦਾ ਤੁਹਾਡੇ ਨਾਲ ਜਾਂ ਕੁਲਦੀਪ ਸਰ ਨਾਲ ਕਰ ਰਿਹਾ ਹੁੰਦਾ ਤਾਂ ਕਈ ਵਾਰੀ ਮਾਈਂਡ 'ਚ ਕੀ ਗੱਲਾਂ ਆਉਂਦੀਆਂ ਜਿਹੜੀਆਂ ਬੱਚੇ ਉਦੋਂ ਬੋਲ ਰਹੇ ਹੁੰਦੇ ਨੇ ਕਿ ਸਰ ਤੁਹਾਡੇ ਕੋਲ ਅਪਲਾਈ ਤਾਂ ਕੀਤਾ ਸੀ ਜਦੋਂ ਅਸੀਂ ਕਿਤੇ ਖੇਤ 'ਚ ਹੁੰਦੇ ਸੀ ਜਾਂ ਬਾਹਰ ਹੁੰਦੇ ਸੀ ਤਾਂ ਮੈਡਮ ਦੀ ਕਾਲ ਆਉਂਦੀ ਸੀ ਕਿ ਸਰ ਤੁਹਾਡੀ ਕਾਲ ਨਹੀਂ ਆਈ, ਤੁਹਾਨੂੰ ਇੰਟਰਵਿਊ ਪ੍ਰੈਪਰੇਸ਼ਨ ਕਰਵਾਉਣੀ ਹੈ, ਤੁਸੀਂ ਆਫਿਸ ਕਿਉਂ ਨਹੀਂ ਵਿਜ਼ਿਟ ਕੀਤਾ। ਕਹਿੰਦੇ ਕਿ ਮਤਲਬ ਇਸ ਤਰ੍ਹਾਂ ਹੁੰਦਾ ਸੀ, ਸਰ ਦਬਕੇ ਮਾਰ ਕੇ ਮਤਲਬ ਆਫਿਸ ਬੁਲਾਉਂਦੇ ਸੀ ਤੇ ਅੱਜ ਸਾਨੂੰ ਉਹ ਮਿਹਨਤ ਸਾਡੀ ਰੰਗ ਲਿਆਈ ਕਿਉਂਕਿ ਅੱਜ ਸਾਡਾ ਵੀਜ਼ਾ ਅਪਰੂਵ ਹੋਇਆ। ਸੋ ਉਦੋਂ ਸੁਣ ਕੇ ਸਾਨੂੰ ਵੀ ਬਹੁਤ ਅੱਛਾ ਫੀਲ ਹਾਂ ਬਿਲਕੁਲ। ਔਰ ਵੈਸੇ ਵੀ ਜਦੋਂ ਅਸੀਂ ਨੋਟਸ ਨੂੰ ਪੜ੍ਹ ਲੈਂਦੇ ਹਾਂ ਤਾਂ ਫਿਰ ਉਹਦਾ ਰੱਟੇ ਵਾਲਾ ਜਿਹਾ ਕੰਮ ਹੋ ਜਾਂਦਾ ਨਾ। ਅਸੀਂ ਸਕੂਲ ਕਾਲਜ 'ਚ ਪੜ੍ਹ ਕੇ ਸੇਮ ਚੀਜ਼ ਪੜ੍ਹ ਕੇ ਜਦੋਂ ਇੱਕ ਟੀਚਰ ਨੂੰ ਜਾ ਕੇ ਸੁਣਾਉਂਦੇ ਉਹਨੂੰ ਪਤਾ ਲੱਗ ਜਾਂਦਾ ਵੀ ਇਹਨੇ ਰੱਟਾ ਮਾਰਿਆ, ਤੇ ਅੱਗੇ ਤਾਂ ਫਿਰ ਹਾਈ ਕਮਿਸ਼ਨ ਬੈਠੀ ਹੈ ਉਹਨਾਂ ਨੂੰ ਤਾਂ ਫਿਰ ਪਤਾ ਲੱਗਣਾ ਹੈਗਾ ਹੀ ਹੈ। ਸੋ ਨੈਕਸਟ ਕਾਲਰ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਹੈ ਜੀ? ਮੇਰਾ ਨਾਮ ਸਾਹਿਲ ਹੈ ਜੀ। ਠੀਕ ਹੈ, ਕਿੱਥੋਂ ਬੋਲ ਰਹੇ ਹੋ ਸਾਹਿਲ? ਮੈਂ ਬਰਨਾਲੇ ਤੋਂ ਗੱਲ ਕਰਦਾ ਜੀ। ਓਕੇ ਜੀ, ਕੀ ਸਵਾਲ ਹੈ ਤੁਹਾਡਾ? ਮੇਰੀ ਨਾ ਗ੍ਰੈਜੂਏਸ਼ਨ 2014 ਚ ਕੀਤੀ ਸੀ ਮੈਂ। ਓਕੇ। ਤੇ 52% ਨੰਬਰ ਹੈ ਜੀ ਮੇਰੇ। ਠੀਕ ਹੈ, 2007 ਮੈਂ ਸਾਈਪ੍ਰਸ ਚਲ ਗਿਆ ਸੀਗਾ। ਓਕੇ ਠੀਕ ਹੈ। ਤੇ ਸਾਈਪ੍ਰਸ ਜਾਣ ਤੋਂ ਬਾਅਦ ਮੈਂ ਫਿਰ ਪਿਛਲੇ ਸਾਲ ਹੀ ਵਾਪਸ ਆਇਆ ਵਾਂ। ਠੀਕ ਹੈ। ਤੇ ਉਸ ਤੋਂ ਬਾਅਦ ਕੀ ਹੁੰਦਾ, ਉਸ ਤੋਂ ਬਾਅਦ ਇੱਥੇ ਕੰਮ ਹੀ ਕਰਦਾ ਪਿਆ ਇੱਥੇ।
ਠੀਕ ਹੈ ਤੇ ਆਇਲਸ ਮੈਂ ਕਰ ਲਈ ਹੋਈ ਹੈ। ਗੁੱਡ Okay. ਸਰ, ਕੀ ਸਕੋਰ ਹੈ ਸਰ ਤੁਹਾਡਾ ਆਇਲਸ ਵਿੱਚ? 6 ਓਵਰਆਲ 6 ਹੈ ਜੀ, ਹੂੰ ਦੋ ਜੋ 5.5 ਹੈ। ਠੀਕ ਹੈ। 6 no less than 5.5 ਹੈ ਤੁਹਾਡੇ। ਹਾਂਜੀ ਹਾਂਜੀ ਠੀਕ ਹੈ sir। ਮੈਂ ਹੁਣ ਇਹ ਪੁੱਛਣਾ ਸੀ ਕਿ ਮੈਂ ਯੂਕੇ ਕਰ ਸਕਦਾ ਆਪਣੇ ਬਿਹਾਫ ਤੇ, ਮਤਲਬ ਮੈਰਿਡ ਆ ਨਾ ਮੈਂ। ਅੱਛਾ ਮੈਰਿਡ ਹੋ ਸਰ ਤੁਸੀਂ? ਮੈਰਿਡ ਹੋ ਤੇ ਤੁਹਾਡਾ ਕੋਈ ਕਿਡ ਵੀ ਹੈ ਸਰ? ਨਹੀਂ ਕਿਡ ਨਹੀਂ ਹੈਗਾ ਕੋਈ। ਚਲੋ ਕੋਈ ਪ੍ਰੋਬਲਮ ਨਹੀਂ ਹੈ ਸਰ। ਤੁਸੀਂ ਆਪਣੇ ਸਪਾਊਸ ਦੇ ਨਾਲ ਮਤਲਬ ਹਸਬੈਂਡ ਵਾਈਫ ਦੋਨੋਂ ਤੁਸੀਂ ਜਾਓਗੇ, ਤੁਸੀਂ ਸਟੱਡੀ, ਕਿਉਂਕਿ ਮੇਨ ਐਪਲੀਕੈਂਟ ਜਿਹੜਾ ਹੋਏਗਾ ਉਹ ਲੜਕਾ ਹੈ, ਤਾਂ ਤੁਸੀਂ ਸਟੱਡੀ ਕਰੋਗੇ, ਤੁਹਾਡੀ ਵਾਈਫ ਨੂੰ ਉੱਥੇ ਫੁੱਲ ਟਾਈਮ ਵਰਕ ਰਾਈਟਸ ਮਿਲਣਗੇ। ਸੋ ਬਹੁਤ ਹੀ ਬੈਟਰ ਆਪਸ਼ਨ ਹੈ। ਸਪਾਊਸ ਕੇਸ ਬਾਰੇ ਤਾਂ ਹਮੇਸ਼ਾ ਜਦੋਂ ਵੀ ਕੋਈ ਸਪਾਊਸ ਕੇਸ ਦੀ ਮੈਨੂੰ ਇਨਕੁਆਇਰੀ ਵੀ ਆਉਂਦੀ ਹੈ ਜਾਂ ਕਾਲ ਵੀ ਆਉਂਦੀ ਹੈ ਤਾਂ ਮੈਨੂੰ ਹਮੇਸ਼ਾ ਹੁੰਦਾ ਕਿ ਸਪਾਊਸ ਕੇਸ ਤੁਸੀਂ ਜ਼ਰੂਰ ਅਪਲਾਈ ਕਰਨਾ ਸਾਈ ਓਵਰਸੀਜ਼ ਤੋਂ, ਬਿਕੋਜ਼ ਆਫ ਕਿ ਜਦੋਂ ਤੁਸੀਂ ਕਿਸੇ ਹੋਰ ਕੰਸਲਟੈਂਟ ਤੋਂ ਜਾਂਦੇ ਹੋ, ਬਹੁਤ ਸਾਰੀ ਯੂਨੀਵਰਸਿਟੀਜ਼, ਮੈਂ ਵੀ ਮੈਂ ਰੀਜ਼ਨ ਦੱਸਦਾ ਸਾਰਿਆਂ ਨੂੰ, ਬਹੁਤ ਸਾਰੀ ਯੂਨੀਵਰਸਿਟੀਜ਼ ਐਸੀਆਂ ਜਿਹੜੀਆਂ ਕਿ ਸਪਾਊਸ ਕੇਸ ਨੂੰ ਐਂਟਰਟੇਨ ਨਹੀਂ ਕਰਦੇ। ਰਾਈਟ, ਸਹੀ ਗੱਲ ਹੈ, accept ਨਹੀਂ ਕਰਦੀ ਸਪਾਊਸ ਕੇਸ ਨੂੰ। ਸੋ ਸਾਡੇ ਕੋਲ 3 ਤੋਂ 4 ਯੂਨੀਵਰਸਿਟੀਜ਼ ਦੀ ਆਪਸ਼ਨ ਹੈ ਜਿਹਦੇ 'ਚ ਕਿ ਤੁਸੀਂ ਸਪਾਊਸ ਕੇਸ ਅਪਲਾਈ ਕਰ ਸਕਦੇ ਹੋ। ਇਹੀ ਰੀਜ਼ਨ ਹੈ ਕਿ ਸਾਈ ਓਵਰਸੀਜ਼ ਦੇ ਜਿਹੜੇ ਤੁਸੀਂ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਮੈਕਸਿਮਮ ਤੁਸੀਂ ਵੀਜ਼ਾ ਦੇਖ ਰਹੇ ਹੋ ਉਹ ਸਪਾਊਸ ਵੀਜ਼ਾ ਹੈ। ਉਹਦਾ ਰੀਜ਼ਨ ਹੀ ਹੈ ਕਿ ਸਪਾਊਸ ਜਦੋਂ ਦੂਸਰੇ ਆਫਿਸ ਵਿਜ਼ਿਟ ਕਰਦਾ ਉਹਨੂੰ ਨਾ ਹੁੰਦੀ ਹੈ, ਤੇ ਜਦੋਂ ਉਹਨੂੰ ਆਪਸ਼ਨ ਮਿਲਦੀ ਹੈ ਸਾਈ ਓਵਰਸੀਜ਼ ਨੂੰ ਹੁੰਦਾ ਕਿ ਹੁਣ ਮੈਂ ਜਲਦੀ ਅਪਲਾਈ ਕਰ ਦੇਵਾਂ। ਲੇਕਿਨ ਇਹਦੇ ਨਾਲ ਅਗਰ ਤੁਸੀਂ ਸਿੰਗਲ ਵੀ ਅਪਲਾਈ ਕਰਨਾ ਚਾਹ ਰਹੇ ਹੋ ਔਰ 100% ਵੀਜ਼ਾ ਆਪਣਾ ਅਪਰੂਵ ਕਰਵਾਉਣਾ ਚਾਹ ਰਹੇ ਹੋ ਤੇ ਤੁਸੀਂ ਸਾਈ ਓਵਰਸੀਜ਼ ਸਰਵਿਸ ਡੈਫੀਨਿਟਲੀ ਲੈ ਸਕਦੇ ਹੋ। ਬਿਲਕੁਲ, ਤੁਸੀਂ ਸੰਪਰਕ ਕਰ ਸਕਦੇ ਹੋ ਸਾਈ ਓਵਰਸੀਜ਼ ਦੇ ਨਾਲ। ਜਿੱਦਾਂ ਸਰ ਤੁਸੀਂ ਉਹਨੇ ਜ਼ਿਕਰ ਕੀਤਾ ਵੀ ਸਪਾਊਸ ਨੂੰ ਨਹੀਂ ਐਪਲੀਕੇਸ਼ਨ ਲੈਂਦੇ, ਅੱਗੋਂ ਇਹ ਕਹਿ ਦਿੰਦੇ ਨੇ ਵੀ ਤੁਸੀਂ ਇੱਕ ਵਾਰੀ ਚੱਲ ਜਾਓ ਟੂਰਿਸਟ ਵੀਜ਼ਾ ਤੇ ਬੁਲਾ ਲਿਓ। ਮਤਲਬ ਇੱਥੇ ਆਪਾਂ ਇਹ ਕਹਿ ਦੇ ਵੀ ਹੱਥ ਨਾ ਪਹੁੰਚੇ ਥੂ ਕੋੜੀ ਹੈ ਨਾ, ਵੀ ਆਪ ਤੋਂ ਤੁਹਾਡੇ ਤੋਂ ਦੇਖੋ ਰੀਜ਼ਨ ਹੈ ਮੈਮ, ਕੋਈ ਵੀ ਕੰਪਨੀ, ਹਰ ਇੱਕ ਦਾ ਬਿਜ਼ਨਸ ਹੈ, ਇਸ ਚੀਜ਼ ਨੂੰ ਸਮਝਣਾ ਹੋਏਗਾ, ਹਰ ਇੱਕ ਦਾ ਬਿਜ਼ਨਸ ਹੈ। ਜਦੋਂ ਕੋਈ ਵੀ ਕਲਾਇੰਟ ਕਿਸੇ ਆਫਿਸ ਜਾਂਦਾ, ਮੇਰੇ ਕੋਲ ਵੀ ਕਈ ਵਾਰੀ ਸਮਟਾਈਮ ਕਲਾਇੰਟ ਨੂੰ ਕਨਵਿੰਸ ਕਰਨ ਦੇ ਮੈਨੂੰ ਕਾਉਂਸਲਰ ਕਹਿੰਦਾ ਕਿ ਸਰ ਤੁਸੀਂ 5 ਮਿੰਟ ਜ਼ਰੂਰ ਦੇਣਾ, ਕਿਉਂਕਿ ਕਲਾਇੰਟ ਨੂੰ ਡਾਊਟ ਹੈ, ਉਹ 2-3 ਜਗ੍ਹਾ ਤੋਂ ਵਿਜ਼ਿਟ ਕਰ ਚੁੱਕਾ, ਉਹ ਕਹਿ ਰਿਹਾ ਕਿ ਇਕੱਠੇ ਵੀਜ਼ਾ ਨਹੀਂ ਆਉਂਦਾ, ਇਕੱਠੇ ਇੰਟਰਵਿਊ ਦੇ ਚਾਂਸਸ ਹੁੰਦੇ ਆ ਤੇ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ। ਸੋ ਪਹਿਲੇ ਉਹਨਾਂ ਨੇ 2-3 ਜਗ੍ਹਾ ਤੋਂ ਜਿੱਥੇ ਗਏ ਉਹਨਾਂ ਨੇ ਉਹਨਾਂ ਨੂੰ ਇਹ ਐਡਵਾਈਸ ਕੀਤਾ ਕਿ ਪਹਿਲੇ ਤੁਸੀਂ ਆਪਣੀ ਵਾਈਫ ਦਾ ਵੀਜ਼ਾ ਅਪਰੂਵ ਕਰਵਾਓ, ਫਿਰ 3 ਮਹੀਨੇ ਬਾਅਦ ਅਸੀਂ ਤੁਹਾਡਾ ਵੀਜ਼ਾ ਲਗਵਾ ਕੇ ਦਾਂਗੇ। ਸੋ ਉਹਦੇ ਵਿੱਚ ਕਿਤੇ ਨਾ ਕਿਤੇ ਰੀਜ਼ਨ ਇਹੀ ਹੈ ਕਿ ਉਹਨਾਂ ਕੋਲ ਆਪਸ਼ਨ ਨਹੀਂ ਹੈ ਉਸ ਯੂਨੀਵਰਸਿਟੀਜ਼ ਦੀ ਜਿਹੜੇ ਕਿ ਸਪਾਊਸ ਕੇਸ ਦਾ ਤੁਹਾਨੂੰ ਨਾਲ ਕੈਸ਼ ਇਸ਼ੂ ਕਰਵਾ ਕੇ ਦੇਣ, ਮਤਲਬ ਦੋਨੋਂ ਤੁਸੀਂ ਉਹ ਅਸੈਪਟ ਕਰੋ ਉਸ ਪ੍ਰੋਫਾਈਲ ਨੂੰ ਕਿ ਤੁਸੀਂ ਹਸਬੈਂਡ ਵਾਈਫ ਦੋਨੋਂ ਅਪਲਾਈ ਕਰ ਸਕਦੇ ਹੋ। ਲੇਕਿਨ ਸਾਈ ਓਵਰਸੀਜ਼ ਕੋਲ ਆਪਸ਼ਨ ਹੈ। ਅਗਰ ਤੁਹਾਨੂੰ ਕਿਸੇ ਵੀ ਕੰਪਨੀ ਕੋਈ ਮਨਾ ਕਰ ਰਹੀ ਹੈ, ਮੇਨ ਐਪਲੀਕੈਂਟ ਦੀ ਕੁਆਲੀਫਿਕੇਸ਼ਨ ਸਿਰਫ ਔਰ ਸਿਰਫ ਸ਼ਰਤ ਇੱਕ ਹੈ ਕਿ ਮੇਨ ਐਪਲੀਕੈਂਟ ਦੀ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਆਇਲਸ ਕੋਈ ਮੈਂਡੇਟਰੀ ਨਹੀਂ ਹੈ। ਅਗਰ ਤੁਹਾਡੇ ਇੰਗਲਿਸ਼ ਦੇ ਵਿੱਚ 65-70% ਮਾਰਕਸ ਹੈਗੇ ਨੇ ਤਾਂ ਡੈਫੀਨਿਟਲੀ ਤੁਸੀਂ ਵਿਦਆਊਟ ਆਇਲਸ ਵੀ ਅਪਲਾਈ ਕਰ ਸਕਦੇ ਹੋ। ਠੀਕ ਹੈ ਸਰ। ਸੋ ਇਹ ਤਾਂ ਰਹੀ ਉਹਨਾਂ ਸਟੂਡੈਂਟਸ ਦੀ ਗੱਲ ਜਿਹੜੇ ਫਰੈਸ਼ਰ ਕੇਸ ਨੇ ਹਲੇ ਜਿਨ੍ਹਾਂ ਨੇ ਅਪਲਾਈ ਕਰਨਾ ਹੈਗਾ। ਗੱਲਬਾਤ ਉਹਨਾਂ ਦੀ ਵੀ ਜ਼ਰੂਰ ਕਰਨਾ ਚਾਹੂੰਗੀ ਜਿਹੜੇ ਆਲਰੇਡੀ ਅਪਲਾਈ ਕਰ ਗਏ, ਇੱਕ ਰਿਫਿਊਜ਼ਲ ਲੈ ਲਈ, 2 ਰਿਫਿਊਜ਼ਲਾਂ ਲੈ ਲਈਆਂ ਤੇ ਹੁਣ ਇੱਥੋਂ ਤੱਕ ਮਨ ਟੁੱਟ ਗਿਆ ਵੀ ਨਹੀਂ ਅਸੀਂ ਨਹੀਂ ਯੂਕੇ ਜਾਣਾ ਜਾਂ ਅਸੀਂ ਬਾਹਰ ਹੀ ਨਹੀਂ ਜਾਣਾ ਹੈਗਾ, ਸਾਡੇ ਪੈਸੇ ਬਹੁਤ ਵੇਸਟ ਹੋ ਚੁੱਕੇ ਨੇ। ਸੋ ਐਸੇ ਸਟੂਡੈਂਟ ਦਾ ਕਿੱਦਾਂ ਦਾ ਫਿਊਚਰ ਰਹੇਗਾ ਯੂਕੇ ਦੇ ਵਿੱਚ? ਡੈਫੀਨਿਟਲੀ ਮੈਮ, ਦੇਖੋ ਬਹੁਤ ਅੱਛਾ ਤੁਹਾਡਾ ਕੁਐਸਚਨ ਹੈ ਔਰ ਬਲੀਵ ਮੀ ਕਿ ਮੈਨੂੰ ਖੁਦ ਅੱਛਾ ਫੀਲ ਹੋ ਰਿਹਾ ਤੁਹਾਨੂੰ ਕਾਉਂਸਲਿੰਗ ਕਰਦੇ ਬਿਕੋਜ਼ ਤੁਹਾਡੇ ਕੁਐਸਚਨਸ ਬਹੁਤ ਅੱਛੇ ਹੈ, ਕਿਉਂਕਿ ਬਹੁਤ ਸਾਰੇ ਪ੍ਰੈਕਟੀਕਲ ਗੱਲ ਹੈ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਬੱਚੇ ਹੁੰਦੇ ਨੇ ਜਿਹੜੇ ਕਿ 2-3 ਵਾਰੀ ਪੈਸੇ ਖਰਾਬ ਕਰਕੇ ਜਾਂ ਪੈਸੇ ਨਾ ਸਹੀ ਕਿ 2-3 ਕੰਸਲਟੈਂਟਸ ਤੋਂ ਜਾ ਕੇ ਹਰਾਸ ਹੋ ਕੇ ਸ਼ਾਂਤੀ ਨਾਲ ਘਰ ਬੈਠ ਜਾਂਦੇ ਕਿ ਹੁਣ ਅਸੀਂ ਨਹੀਂ ਐਫਰਟ ਲਗਾਉਣਾ। ਪੇਰੈਂਟਸ ਵੱਲੋਂ ਵੀ ਹੁੰਦਾ ਕਿ ਹੁਣ ਤੁਸੀਂ ਇੰਡੀਆ 'ਚ ਹੀ ਟਰਾਈ ਕਰੋ, 6 ਮਹੀਨੇ ਸਾਲ ਤੁਸੀਂ ਵੇਸਟ ਕਰ ਲਿਆ, ਤੁਹਾਡਾ ਨਹੀਂ ਬਣ ਰਿਹਾ। ਤੇ ਕਿਤੇ ਨਾ ਕਿਤੇ ਬੱਚੇ ਦੇ ਮਾਈਂਡ 'ਚ ਵੀ ਇਹ ਚੀਜ਼ ਕਲਿੱਕ ਕਰ ਜਾਂਦੀ ਸ਼ਾਇਦ ਮੇਰੀ ਕਿਸਮਤ 'ਚ ਹੀ ਨਹੀਂ ਹੈ ਕਿ ਮੈਂ ਬਾਹਰ ਜਾਵਾਂ, ਲੇਕਿਨ ਐਸਾ ਕੁਝ ਨਹੀਂ ਹੈ। ਕਿਸਮਤ ਹੋਤੀ ਹੈ ਜਿੱਥੇ ਤੁਸੀਂ ਐਫਰਟਸ ਕਰਦੇ ਹੋ। ਔਰ ਸਾਈ ਓਵਰਸੀਜ਼ ਤੁਸੀਂ ਵਿਜ਼ਿਟ ਕਰਕੇ ਅਗਰ ਕੋਈ ਕੰਪਨੀ ਤੁਹਾਨੂੰ ਇਹ ਫੈਸਿਲਿਟੀ ਦੇ ਰਹੀ ਹੈ, ਖਾਸ ਕਰਕੇ ਮੈਂ ਉਸ ਬੱਚਿਆਂ ਦੀ ਗੱਲ ਕਰ ਰਿਹਾ ਜਿਹੜੇ ਕਿ ਆਲਰੇਡੀ ਪੈਸਾ ਖਰਾਬ ਕਰ ਚੁੱਕੇ ਹੈ ਜਾਂ ਬਹੁਤ ਹਰਾਸ ਹੋ ਚੁੱਕੇ ਹੈ ਕਿ ਸਾਡਾ ਬਾਹਰ ਦਾ ਵੀਜ਼ਾ ਨਹੀਂ ਲੱਗਣਾ, ਉਸ ਬੱਚਿਆਂ ਨੂੰ ਮੈਂ ਇਹ ਵੀ ਆਪਸ਼ਨ ਦੇ ਦਿੰਦਾ ਕਿ ਤੁਸੀਂ ਸਾਨੂੰ ਆਫਰ ਲੈਟਰ ਦੇ ਚਾਰजेस ਵੀ ਉਦੋਂ ਦੇ ਪੇ ਕਰ ਸਕਦੇ ਹੋ ਜੋ ਤੁਹਾਨੂੰ ਅਸੀਂ ਆਫਰ ਲੈਟਰ ਹੈਂਡ ਓਵਰ ਕਰਾਂਗੇ। ਸੋ ਤੁਹਾਨੂੰ ਇਹ ਨਹੀਂ ਹੈ ਕਿ ਪਹਿਲੇ 20-25 ਹਜ਼ਾਰ ਰੁਪਏ ਜਿਵੇਂ ਬਾਕੀ ਕੰਪਨੀਆਂ ਨੇ ਤੁਹਾਡੇ ਕੋਲ ਚਾਰਜ ਕਰ ਲਿਆ ਲੇਕਿਨ ਤੁਹਾਡੀ ਆਫਰ ਨਹੀਂ ਆਈ ਤੇ ਨਾ ਹੀ ਤੁਹਾਡਾ ਪੈਸਾ ਵਾਪਸ ਹੋਇਆ। ਸੋ ਤੁਹਾਨੂੰ ਉਸ ਚੀਜ਼ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਅਗਰ ਕੋਈ ਕੰਪਨੀ ਤੁਹਾਡੇ ਕੋਲ ਕੋਈ ਚਾਰਜ ਨਹੀਂ ਕਰ ਰਹੀ ਤਾਂ ਉਹਨੂੰ ਪਤਾ ਹੈ ਕਿ ਅਗਰ ਅਸੀਂ ਆਫਰ ਲੈਟਰ ਲੈ ਕੇ ਦਾਂਗੇ, ਤੁਹਾਡਾ ਕੇਸ ਪ੍ਰੋਸੈਸ ਕਰਾਂਗੇ ਤਾਂ ਹੀ ਅਸੀਂ ਤੁਹਾਡੇ ਕੋਲ ਕੁਝ ਚਾਰਜ ਕਰਾਂਗੇ। ਠੀਕ ਹੈ। ਸਾਡੇ ਨੈਕਸਟ ਕਾਲਰ ਦਾ ਸਵਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। हेलो जी, सत श्री अकाल। की सवाल है जी? मैं रवि बात कर रहा हूँ बाला से। ठीक है, की सवाल है रवि? मैंने 2014 में प्लस 2 की थी। ओके जी, 72% नंबर के साथ। ठीक है जी। उसके बाद मैं फ्री हूँ, यानी कि काम कर रहा हूँ घर का ही, खेती बाड़ी का। ठीक है जी। तो मैंने 3-4 लाख में है कोई कंट्री जहाँ भेज सकते हो? 3-4 लाख ओके। लो बजट है ਤੁਹਾਡਾ, ਤੁਸੀਂ ਘਰੇ ਕੰਮ ਕਰ ਰਹੇ ਹੋ। ਠੀਕ ਹੈ ਜੀ, ਓਕੇ। ਤੁਹਾਨੂੰ ਸਰ ਟੀਵੀ ਸਕਰੀਨ ਆਇਲਸ ਕੀਤੀ ਹੈ ਤੁਸੀਂ? नहीं आज
ਓਕੇ ਤੁਸੀਂ ਟੀਵੀ ਸਕਰੀਨ ਤੇ ਆਪਣਾ ਆਨਸਰ ਸੁਣ ਸਕਦੇ ਹੋ ਜੀ। ਧੰਨਵਾਦ। ਆਈ ਥਿੰਕ ਬੱਚੇ ਦੇ ਪਰਸੈਂਟੇਜ ਉਹਨੇ 72 ਕਿਹਾ ਹਾਂਜੀ, ਇੰਗਲਿਸ਼ ਦੇ ਵਿੱਚ, ਜੀ। ਸੋ ਇਹ ਵੀ ਬੱਚਾ ਯੂਕੇ ਅਪਲਾਈ ਕਰ ਸਕਦਾ। ਦੇਖੋ 2014 ਵਾਲਾ ਬੱਚਾ ਵੀ ਯੂਕੇ ਅਪਲਾਈ ਕਰ ਸਕਦਾ ਹੈ। ਹਾਂਜੀ 2014 ਜੀ। ਸੌਰੀ ਮੈਨੂੰ ਨਹੀਂ ਧਿਆਨ ਸੀ, ਮੈਨੂੰ ਲੱਗਾ ਸ਼ਾਇਦ ਕਿ ਰੀਸੈਂਟ ਪਾਸ ਆਊਟ ਹੋਏਗਾ। ਦੇਖੋ ਅਗਰ 2014 ਪਾਸ ਆਊਟ ਹੈ, 10+2 ਹੈ ਤੇ ਪਰਸੈਂਟੇਜ ਬਹੁਤ ਅੱਛੀ ਹੈ, ਲੇਕਿਨ ਵਿਦਆਊਟ ਆਇਲਸ ਹੈ, ਫਿਰ ਤੁਹਾਡੇ ਲਈ ਬੈਟਰ ਆਪਸ਼ਨ ਹੈ, ਕਿਉਂਕਿ ਤੁਹਾਡਾ ਅਕੈਡਮਿਕ ਕੁਆਲੀਫਿਕੇਸ਼ਨ ਦੇ ਵਿੱਚ ਗੈਪ ਨੀਅਰ ਅਬਾਊਟ 7 to 8 ਇਅਰਸ ਹੈ। ਸੋ ਤੁਹਾਨੂੰ ਡਾਇਰੈਕਟ ਕੋਈ ਵੀ ਵੱਡੀ ਕੰਟਰੀ ਦਾ ਵੀਜ਼ਾ ਨਹੀਂ ਮਿਲੇਗਾ, ਵੈਰੀ ਫ੍ਰੈਂਕਲੀ ਟੂ ਸੇ ਦੈਟ। ਲੇਕਿਨ ਤੁਹਾਡੇ ਲਈ ਬੈਸਟ ਆਪਸ਼ਨ ਕੀ ਹੈ, ਤੁਸੀਂ ਇਹ ਨਹੀਂ ਸੋਚਣਾ ਕਿ ਤੁਸੀਂ ਕੈਨੇਡਾ, ਆਸਟ੍ਰੇਲੀਆ, ਯੂਕੇ, ਨਿਊਜ਼ੀਲੈਂਡ ਨਹੀਂ ਜਾ ਸਕਦੇ। ਹਾਂ, ਲੇਕਿਨ ਤੁਸੀਂ ਡਾਇਰੈਕਟ ਨਹੀਂ ਜਾ ਸਕਦੇ। ਪਾਥਵੇ ਪ੍ਰੋਗਰਾਮ ਤੁਸੀਂ ਡੈਫੀਨਿਟਲੀ ਲੈ ਸਕਦੇ ਹੋ। ਤੁਸੀਂ ਸਾਈਪਰਸ ਅਪਲਾਈ ਕਰ ਸਕਦੇ ਹੋ, ਬਹੁਤ ਬੈਸਟ ਆਪਸ਼ਨ ਹੈ। ਸਾਈਪਰਸ ਦੀ ਮੈਂ ਬੱਚਿਆਂ ਵਾਸਤੇ ਲੈ ਕੇ ਆਇਆ, ਜੋ ਕਿ ਤੁਸੀਂ ਪੇਮੈਂਟ ਵੀ ਵੀਜ਼ਾ ਲੱਗਣ ਤੋਂ ਬਾਅਦ ਕਰਨੀ ਹੈ। ਸੇਮ ਯੂਕੇ ਤੁਸੀਂ ਕੋਈ ਪੇਮੈਂਟ ਸਾਨੂੰ ਪਹਿਲੇ ਨਹੀਂ ਕਰਨੀ। ਅਗਰ ਤੁਹਾਡਾ ਵੀਜ਼ਾ ਆਏਗਾ ਦੈਨ ਅਸੀਂ ਤਾਂ ਹੀ ਤੁਹਾਡੇ ਕੋਲ ਚਾਰਜ ਕਰਾਂਗੇ। ਸੋ ਤੁਹਾਡਾ ਅਗਰ 10 ਤੋਂ 12 ਸਾਲ ਦਾ ਗੈਪ ਹੈ, ਏਜ ਦੇ ਅਕੋਰਡਿੰਗ ਤੁਹਾਨੂੰ ਮੈਂ ਈਜ਼ਲੀ ਸਮਝਾ ਦਵਾਂ। ਅਗਰ ਤੁਸੀਂ 36 37 ਸਾਲ ਦਾ 36 37 ਇਅਰਸ 올ਡ ਵੀ ਹੋ, ਤੁਹਾਡੀ ਕੁਆਲੀਫਿਕੇਸ਼ਨ 10+2 ਹੈ, ਪਰਸੈਂਟੇਜ ਤੁਹਾਡੀ ਚਾਹੇ ਘੱਟ ਹੈ, 40-50% ਮਾਰਕਸ ਹੈ ਤੁਹਾਡੇ ਓਵਰਆਲ, ਇੰਗਲਿਸ਼ ਵਿੱਚ ਪਰਸੈਂਟੇਜ ਤੁਹਾਡੀ ਘੱਟ ਹੈ, ਤਦ ਵੀ ਤੁਸੀਂ ਅਗਰ ਆਇਲਸ ਦੇ ਬੈਂਡ ਵੀ ਘੱਟ ਹੈ ਤਦ ਵੀ ਤੁਸੀਂ ਸਾਈਪਰਸ 100% ਵੀਜ਼ਾ ਆਪਣਾ ਲੈ ਸਕਦੇ ਹੋ। ਔਰ ਸਾਰੀ ਪੇਮੈਂਟ ਤੁਸੀਂ ਕਦੋਂ ਦੇਣੀ ਹੈ, ਵੀਜ਼ਾ ਲੱਗਣ ਤੋਂ ਬਾਅਦ। ਬਿਲਕੁਲ। ਕੋਈ ਤੁਹਾਡੇ ਅਪੋਸਟਾਈਲ ਦੇ ਮੈਂ ਸੌਰੀ ਕਲੀਅਰ ਕਰਨਾ ਚਾਹੂੰਗਾ, ਕੋਈ ਅਪੋਸਟਾਈਲ ਦੇ, ਕੋਈ ਐਪਲੀਕੇਸ਼ਨ ਫੀਸ, ਕੋਈ ਐਮਬੈਸੀ ਫੀਸ, ਕੋਈ ਕਿਸੇ ਤਰ੍ਹਾਂ ਦੇ ਕੋਈ ਚਾਰजेस ਤੁਸੀਂ ਪਹਿਲੇ ਨਹੀਂ ਦੇਣੇ। ਔਰ ਸਾਰੀ ਪੇਮੈਂਟ ਔਰ ਪੈਕੇਜ ਦੀ ਗੱਲ ਕਰਾਂ, ਪੂਰੇ ਪੰਜਾਬ ਦਾ ਸਭ ਤੋਂ ਸਸਤਾ ਪੈਕੇਜ ਮੈਂ ਤੁਹਾਨੂੰ ਦੇ ਰਿਹਾ। ਕੋਈ ਹਰਾਸਮੈਂਟ ਨਹੀਂ ਹੈ, ਬੱਚੇ ਨੂੰ ਕੋਈ ਟੈਨਸ਼ਨ ਨਹੀਂ ਹੈ, ਬਿਨਾਂ ਟੈਨਸ਼ਨ ਤੋਂ ਤੁਹਾਨੂੰ ਵੀਜ਼ਾ ਲੈ ਕੇ ਦਾਂਗੇ। ਉਹਦੇ ਵਾਸਤੇ ਸਿਰਫ ਔਰ ਸਿਰਫ ਤੁਸੀਂ ਇੱਕ ਵਾਰੀ ਵਿਜ਼ਿਟ ਕਰਨਾ ਆਫਿਸ, ਆਪਣੇ ਓਰੀਜਨਲ ਡਾਕੂਮੈਂਟਸ ਲੈ ਕੇ ਆਣਾ, ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਆਣਾ। ਕਾਉਂਸਲਿੰਗ ਤੋਂ ਬਾਅਦ ਤੁਸੀਂ 2-3 ਜਗ੍ਹਾ ਤੇ, ਮੈਂ ਖੁਦ ਕਹਿ ਰਿਹਾ, ਖੁਦ ਤੁਹਾਨੂੰ ਐਡਵਾਈਸ ਕਰ ਰਿਹਾ, 2-3 ਕੰਸਲਟੈਂਟਸ ਦੇ ਆਫਿਸ ਵਿਜ਼ਿਟ ਕਰਨਾ। ਫਿਰ ਜਿੱਥੋਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਸਭ ਤੋਂ ਸਸਤੀ ਕੋਸਟ ਤੇ ਚੀਪ ਕੋਸਟ ਤੇ ਤੁਹਾਨੂੰ ਅੱਛੇ ਕਾਲਜ, ਅੱਛੀ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਉੱਥੇ ਸਟੱਡੀ ਕਰਵਾਈ ਜਾ ਰਹੀ ਹੈ, ਸੋ ਉੱਥੇ ਹੀ ਤੁਸੀਂ ਅਪਲਾਈ। ਸਾਈ ਓਵਰਸੀਜ਼ ਵੱਲੋਂ ਬਹੁਤ ਸਾਰੇ ਸਟੂਡੈਂਟਸ ਦੇ ਵੀਜ਼ੇ ਲਗਵਾਏ ਗਏ ਨੇ, ਉਹਨਾਂ ਸਟੂਡੈਂਟ ਦੀ ਜ਼ੁਬਾਨੀ ਉਹਨਾਂ ਦਾ ਤਜਰਬਾ ਸੁਣ ਲੈਂਦੇ ਆ। My name is Diljit Kaur and I'm from village Koltham, which is nearby Phagwara, and I got my visa within 1 week and without interview, and I suggest to my all friends and relatives to visit to Sai Overseas because I love all services and everything of the staff, so thank you. ਮੇਰਾ ਨਾਮ ਗੁਰਵਿੰਦਰ ਸਿੰਘ ਆ, ਮੈਂ ਫਗਵਾੜਾ ਦਾ ਰਹਿਣ ਵਾਲਾ ਹਾਂ। ਮੈਨੂੰ ਸਾਈ ਓਵਰਸੀਜ਼ ਬਾਰੇ ਇੰਸਟਾਗ੍ਰਾਮ ਤੋਂ ਪਤਾ ਲੱਗਾ ਸੀਗਾ ਤੇ ਫਿਰ ਅਸੀਂ ਇੱਥੇ ਵਿਜ਼ਿਟ ਕੀਤਾ। ਤੇ ਪਹਿਲਾਂ ਮੇਰੇ ਸਪਾਊਸ ਦਾ ਵੀਜ਼ਾ ਆਇਆ ਸੀਗਾ, ਉਸ ਤੋਂ 2 ਦਿਨ ਬਾਅਦ ਮੇਰਾ ਆਇਆ ਤੇ ਹੁਣ ਇਕੱਠੇ ਅਸੀਂ ਜਾਵਾਂਗੇ। ਜਿਨ੍ਹਾਂ ਨੇ ਵੀ ਯੂਕੇ ਦਾ ਅਪਲਾਈ ਕਰਨਾ ਤਾਂ ਸਾਈ ਓਵਰਸੀਜ਼ ਬਾਰੇ ਇੱਥੋਂ ਕਰੋ। My name is Simran. I'm from Nangal Chiva and my friend tell me about Sai Overseas. After visiting there, I am very happy because their services and they provide me fantastic services, and I got my visa only in 7 days, and I got my visa without interview, embassy interview, and I'm so happy about their services. Thank you so much. ਮੇਰਾ ਨਾਮ ਪ੍ਰਵਿੰਦਰ ਕੌਰ, ਮੇਰੇ ਹਸਬੰਡ ਰੁਪਿੰਦਰ ਸਿੰਘ। ਅਸੀਂ ਮੋਗਾ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹਾਂ। ਅਸੀਂ ਫੇਸਬੁੱਕ ਦੇ ਥਰੂ ਸਾਈ ਓਵਰਸੀਜ਼ ਵਿਜ਼ਿਟ ਕੀਤਾ ਸੀ। ਅਸੀਂ ਇੱਥੋਂ ਯੂਕੇ ਵੀਜ਼ਾ ਲਈ ਅਪਲਾਈ ਕੀਤਾ ਅਤੇ ਅਸੀਂ ਦੋਵਾਂ ਨੇ ਇਕੱਠਿਆਂ ਨੇ ਯੂਕੇ ਵੀਜ਼ਾ ਪ੍ਰਾਪਤ ਕੀਤਾ ਥਰੂ ਸਾਈ ਓਵਰਸੀਜ਼ ਤੇ ਵਿਦਿਨ 5 ਡੇਜ਼ ਵਿਦਆਊਟ ਐਮਬੈਸੀ ਇੰਟਰਵਿਊ। ਸੋ ਮੈਂ ਥੈਂਕਸ ਕਰਨਾ ਚਾਹੂੰਗੀ ਸਾਈ ਓਵਰਸੀਜ਼ ਦੀ ਟੀਮ ਦਾ, ਤੇ ਮੈਂ ਆਪਣੇ ਫਰੈਂਡਸ ਨੂੰ ਰეკਮੈਂਡ ਕਰੂੰਗੀ ਕਿ ਉਹ ਵੀ ਜੇਕਰ ਬਾਹਰ ਜਾਣਾ ਚਾਹੁੰਦੇ ਨੇ ਤਾਂ ਇੱਕ ਵਾਰ ਸਾਈ ਓਵਰਸੀਜ਼ ਜ਼ਰੂਰ ਵਿਜ਼ਿਟ ਕਰਨ। ਥੈਂਕ ਯੂ ਸਾਈ ਓਵਰਸੀਜ਼। My name is Amandeep Kaur. I applied for UK spouse visa and within 7 working days I got my visa. Now I recommend everyone to pay their visit at Sai Overseas for getting best experience. And also I got my visa without any embassy interview. Once again, thank you Sai Overseas. Hello everyone, my name is Paramjit Kaur and my spouse name is Lakhvinder Singh. We belong to Shahpur district and we know about Sai Overseas services through my relatives, and after then I applied for my spouse visa and we got our visa within 5 days without any embassy interview, and I recommend all my friends and relatives please once visit here if you want to study in UK. Hi, my name is Shubhadeep Das. I'm from Kolkata, but right now I'm living in Amritsar. My sister who recommended me to come here in this organization. Some times ago my brother also came here and got the visa from this organization to Singapore. Now on her behalf I'm coming here and got my visa within few days. Such a nice accommodation and good staffs with good communication skills and very attractive presentations. Thank you Sai Overseas, I'm very lucky.
ਸੋ ਵੇਲਾ ਇਜਾਜ਼ਤ ਲੈਣ ਦਾ ਹੋ ਗਿਆ ਜੀ ਸਰ, ਜਾਣਕਾਰੀ ਸਾਂਝੀ ਕਰਨ ਲਈ ਰੁਝੇ ਵਿੱਚ ਸਮਾਂ ਦੇਣ ਲਈ ਤੁਹਾਡਾ ਥੈਂਕ ਯੂ ਬਹੁਤ ਮੈਮ, ਧੰਨਵਾਦ। ਥੈਂਕ ਯੂ ਸਤਿ ਮੈਮ, ਸ਼੍ਰੀ ਅਕਾਲ। ਤੁਹਾਡੀ ਟੈਕਨੀਕਲ ਟੀਮ ਦਾ ਜਿਹੜਾ ਤੁਸੀਂ ਕੰਟੀਨਿਊਸਲੀ ਮੈਨੂੰ ਇਨਵਾਈਟ ਕਰ ਰਹੇ ਹੋ, ਥੈਂਕ ਯੂ ਵੈਰੀ ਮਚ। ਠੀਕ, ਸੋ ਫਿਰ ਤੋਂ ਹਾਜ਼ਰ ਹੋਣੇ ਆ ਜੀ, ਰੱਖੋ ਧਿਆਨ, ਧੰਨਵਾਦ, ਸਤਿ ਸ਼੍ਰੀ ਅਕਾਲ।